इतने यीशु मसीह ने कहा, मैं तैनू सच सच कहना। उन्हें कहा, मैं तैनू सच सच कहना, जो मेरे ऊपर विश्वास करेगा। ओ लॉर्ड, मैं तैनू सच सच कहना, जो मेरे ते विश्वास करेगा, ये काम जो मैं करदा वो भी करेगा, वरन इस तो भी वड्डे वड्डे काम करेगा, क्योंकि मैं पिता दे कोल जाना। हालेलुया। ये दस के गया यीशु मसीह तुहाडे विषय विच। उन्हें भविख काल की गल कीती है। क्यों उन्हें भविकाल की गल की? उन्हें कहा, क्योंकि मैं पिता दे कोल जाना, पिता दे कोल जाके की होने वाला। और क्यों उन्हें कहा कि भविख काल में वड्डे वड्डे काम करेगा? उन्हें ये नहीं कहा कि तुसी हुण वड्डे वड्डे काम करोगे जिहड़े मैं हुण कर रहा। क्यों उन्हें भविख की गल की? और क्यों उन्हें कहा, क्योंकि मैं पिता दे कोल जाना। इन्हां चीज़ां दा कनैक्शन की आ? इन्हां चीज़ां दा कनैक्शन ये आ कि परमेश्वर दा मानव जाति दे वास्ते सब तो वड्डा उद्देश और सब तो वड्डा सपना, ਜਦੋਂ ਪਰਮੇਸ਼ਰ ਨੇ ਮਨੁੱਖ ਨੂੰ ਬਣਾਇਆ ਤਾਂ ਪਰਮੇਸ਼ਰ ਦਾ ਜੋ ਸਭ ਤੋਂ ਵੱਡਾ ਸੁਪਨਾ ਸੀ, ਸਭ ਤੋਂ ਵੱਡੀ ਯੋਜਨਾ ਸੀ ਮਨੁੱਖ ਵਾਸਤੇ, ਕਿ ਮਨੁੱਖ ਪਰਮੇਸ਼ਰ ਵਿੱਚ ਰਵੇ ਔਰ ਪਰਮੇਸ਼ਰ ਮਨੁੱਖ ਵਿੱਚ ਰਵੇ। ਹਾਲੇਲੂਇਆ। ਉਹ ਸੁਪਨਾ ਪੂਰਾ ਹੋ ਚੁੱਕਾ ਵਾ। ਅੱਜ ਤੁਸੀਂ ਪਰਮੇਸ਼ਰ ਦੇ ਵਿੱਚ ਹੋ, ਉਹ ਪਰਮੇਸ਼ਰ ਤੁਹਾਡੇ ਵਿੱਚ ਹੈ। ਹਾਲੇਲੂਇਆ। ਆਪਣੇ ਹੱਥਾਂ ਨੂੰ ਉਠਾਵਾਂਗੇ, ਪ੍ਰਾਰਥਨਾ ਕਰਾਂਗੇ, ਆਪਣੇ ਆਪ ਨੂੰ ਤਿਆਰ ਕਰਾਂਗੇ ਉਸ ਵਚਨ ਵਾਸਤੇ ਜੋ ਪਰਮੇਸ਼ਰ ਨੇ ਸਾਡੇ ਵਾਸਤੇ ਤਿਆਰ ਕੀਤਾ। ਪਿਆਰ ਕਰੋ ਉਹਨਾਂ ਸਾਰਿਆਂ ਨੂੰ ਗ੍ਰਹਿਣ ਕਰਨ ਵਾਸਤੇ ਕਿ ਉਹਦਾ ਉੱਤਰ ਤੁਹਾਡੀ ਆਤਮਾ ਵਿੱਚ ਆਵੇ। ਧੰਨਵਾਦ ਕਰਦੇ ਆ ਪ੍ਰਭੂ, ਤੁਸੀਂ ਮਹਾਨ ਹੋ, ਸਰਵ ਸ਼ਕਤੀਮਾਨ ਹੋ, ਕਰੁਣਾਮय ਪ੍ਰਭੂ, ਪ੍ਰੇਮੀ ਪ੍ਰਭੂ, ਔਰ ਤੁਹਾਡੇ ਵਰਗਾ ਕੋਈ ਨਹੀਂ ਹੈ। ਧੰਨਵਾਦ ਦਿੰਦੇ ਆ ਪ੍ਰਭੂ, ਸਾਡੀ ਸਮਝ ਦੀ ਅੱਖਾਂ ਨੂੰ ਖੋਲ੍ਹਣ ਵਾਸਤੇ ਧੰਨਵਾਦ ਕਰਦੇ ਹਾਂ। ਤੁਹਾਡੇ ਆਤਮਾ ਦੇ ਵਾਸਤੇ, ਸੇਵਾ ਕੀਤਾ ਵਾਸਤੇ, ਮੌਕਾ ਦੇਣ ਵਾਸਤੇ ਤੁਹਾਡਾ ਧੰਨਵਾਦ ਕਰਦੇ ਹਾਂ। ਉਸ ਉਧਾਰ ਵਾਸਤੇ ਜੋ ਯੀਸ਼ੂ ਮਸੀਹ ਵਿੱਚ ਸਾਡੇ ਕੋਲ ਹੈ, ਅਸੀਂ ਧੰਨਵਾਦ ਕਰਦੇ ਹਾਂ। ਧੰਨਵਾਦ ਕਰਦੇ ਹਾਂ ਪ੍ਰਭੂ, ਤੁਹਾਡੇ ਲਿਖੇ ਹੋਏ ਵਚਨ ਵਾਸਤੇ ਔਰ ਇਸ ਸਮੇਂ ਵਾਸਤੇ, ਤਾਂ ਕਿ ਅਸੀਂ ਸਿੱਖੀਏ, ਉਤਸ਼ਾਹਿਤ ਹੋਈਏ, ਦਿਸ਼ਾ ਨੂੰ ਪਾਈਏ, ਜਾਣਕਾਰੀ ਨੂੰ ਪਾਈਏ। ਧੰਨਵਾਦ ਕਰਦੇ ਹਾਂ ਔਰ ਇਸ ਪ੍ਰਾਰਥਨਾ ਨੂੰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ। ਆਮੇਨ। ਹਾਲੇਲੂਇਆ। ਬੈਠ ਸਕਦੇ ਹੋ। ਵਾਓ ਵਾਓ ਵਾਓ। ਆਪਣੇ ਉਸ ਪੜੋਸੀ ਦਾ ਜ਼ੋਰ ਨਾਲ ਸਵਾਗਤ ਕਰਾਂਗੇ, ਹਾਈਫਾਈ ਕਰਕੇ। ਬੋਲੋ, ਸਵਾਗਤ ਹੈ ਵਿਸ਼ੇਸ਼ ਮੀਟਿੰਗ ਦੇ ਵਿੱਚ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਇਹ ਸਾਡੀ ਵਿਸ਼ੇਸ਼ ਸਭਾ ਹੈ। ਅਗਰ ਤੁਸੀਂ ਬਾਈਬਲ ਨੂੰ ਪੜ੍ਹੋਗੇ ਤਾਂ ਇੱਕ ਚੀਜ਼ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਮਝ ਪਾਓਗੇ, ਉਹ ਹੈ ਸਮੇਂ ਦੀ ਮਹੱਤਤਾ। ਕਿ ਪਰਮੇਸ਼ਵਰ ਦੇ ਵਾਸਤੇ ਸਮੇਂ ਕਿੰਨਾ ਜ਼ਰੂਰੀ ਹੈ, ਕਿਸ ਸਮੇਂ ਤੇ ਕੀ ਹੋਣਾ ਚਾਹੀਦਾ। ਔਰ ਇਹੀ ਕਾਰਨ ਹੈ ਕਿ ਜਿਨ੍ਹਾਂ ਲੋਕਾਂ ਦੇ ਕੋਲ ਸਮੇਂ ਦੀ ਸਮਝ ਹੁੰਦੀ ਆ, ਉਹ ਹਮੇਸ਼ਾ ਜ਼ਿੰਦਗੀ ਵਿੱਚ ਤੇਜ਼ੀ ਨਾਲ ਅੱਗੇ ਵਧਦੇ ਆ। ਅਗਰ ਤੁਸੀਂ ਸਪੋਰਟਸ ਵਿੱਚ ਵੀ ਜਾਵਾਂਗੇ ਤਾਂ ਉਹ ਤੁਹਾਨੂੰ ਦੱਸਣਗੇ ਕਿ ਸਪੋਰਟਸ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਕੀ ਆ? ਟਾਈਮਿੰਗ। ਅਗਰ ਤੁਸੀਂ ਇੱਕ ਕਮੇਡੀਅਨ ਨੂੰ ਪੁੱਛੋ ਤਾਂ ਉਹ ਦੱਸੇਗਾ ਕਿ ਸਭ ਤੋਂ ਵਧੀਆ ਇੰਪੋਰਟੈਂਟ ਚੀਜ਼ ਕੀ ਆ? ਟਾਈਮਿੰਗ। ਇੱਕ ਮਿਊਜ਼ੀਸ਼ੀਅਨ ਨਾਲ ਗੱਲ ਕਰੋਗੇ, ਉਹ ਵੀ ਤੁਹਾਨੂੰ ਦੱਸੇਗਾ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਕੀ ਆ? ਟਾਈਮਿੰਗ। ਸੋ ਟਾਈਮਿੰਗ, ਸਮੇਂ ਦੀ ਸਮਝ ਬਹੁਤ ਜ਼ਰੂਰੀ ਹੈ। ਔਰ ਅਗਰ ਤੁਸੀਂ ਬਾਈਬਲ ਨੂੰ ਪੜ੍ਹੋਗੇ, ਇਹ ਚੀਜ਼ ਤੁਹਾਨੂੰ ਹੋਰ ਸਪਸ਼ਟ ਹੋ ਜਾਏਗੀ ਕਿ ਸਮੇਂ ਨੂੰ ਜਾਣਨਾ ਔਰ ਸਮੇਂ ਦੇ ਨਾਲ ਚੱਲਣਾ ਕਿੰਨਾ ਜ਼ਰੂਰੀ ਆ। ਪ੍ਰੇਜ਼ ਦ ਲਾਰਡ। ਤਾਂ ਇਹ ਜੋ ਸਮੇਂ ਆ ਜਿਹਦੇ ਵਿੱਚ ਅਸੀਂ ਹੈਗੇ ਆ, ਉਹਨੂੰ ਮੈਂ ਕਹਿੰਦਾ ਵਾ ਮਹਾਨ ਕੰਮਾਂ ਨੂੰ ਕਰਨ ਦਾ ਸਮੇਂ। ਪ੍ਰੇਜ਼ ਦ ਲਾਰਡ। ਬੋਲੋ, ਮਹਾਨ ਕੰਮਾਂ ਨੂੰ ਕਰਨ ਦਾ ਸਮੇਂ। ਮੈਂ ਫਿਰ ਤੋਂ ਕਹਿ ਰਿਹਾ, ਬੋਲੋ, ਮਹਾਨ ਕੰਮਾਂ ਨੂੰ ਕਰਨ ਦਾ ਸਮੇਂ। ਅਗਰ ਤੁਸੀਂ ਡੈਨੀਅਲ ਦੀ ਪੁਸਤਕ ਨੂੰ ਪੜ੍ਹੋਗੇ ਤਾਂ ਉੱਥੇ ਇੱਕ ਬਹੁਤ ਰੋਚਕ ਸਥਿਤੀ ਸੀ ਕਿ ਇਜ਼ਰਾਈਲ ਦੇ ਲੋਕ ਬੰਧਨ ਵਿੱਚ ਸੀਗੇ, ਦਾਸਤਾਂ ਵਿੱਚ ਸੀਗੇ, ਸਾਲਾਂ ਤੋਂ, ਸੈਂਕੜਾ ਸਾਲਾਂ ਤੋਂ ਬੰਧਨ ਵਿੱਚ ਸੀਗੇ।
ਕੋਈ ਵੀ ਨਹੀਂ ਜਾਣਦਾ ਸੀ ਕਿ ਦਾਸਤਾ ਕਦੋਂ ਖਤਮ ਹੋਏਗੀ। ਕੋਈ ਵੀ ਉਸ ਬੰਧਨ ਤੋਂ ਛੁੱਟਣ ਦਾ ਪ੍ਰਯਾਸ ਨਹੀਂ ਕਰ ਰਿਹਾ ਸੀ। ਪਰ ਇੱਕ ਦਿਨ ਦਾਨੀਅਲ ਪੁਸਤਕਾਂ ਪੜ੍ਹ ਰਿਹਾ ਸੀ, ਬਾਈਬਲ ਪੜ੍ਹ ਰਿਹਾ ਸੀ। ਉਸ ਸਮੇਂ ਦੀ ਬਾਈਬਲ ਸ਼ਾਇਦ ਅਲੱਗ ਹੋਏਗੀ, ਅਲੱਗ ਤਰੀਕੇ ਦੀ ਹੋਏਗੀ। ਔਰ ਬਾਈਬਲ ਸਾਨੂੰ ਦੱਸਦੀ ਆ ਕਿ ਦਾਨੀਅਲ ਪੁਸਤਕ ਦਾ ਅਧਿਐਨ ਕਰ ਰਿਹਾ ਸੀ ਉਸ ਸਮੇਂ ਜੋ ਬਾਈਬਲ ਉਪਲਬਧ ਸੀ। ਔਰ ਅਚਾਨਕ ਤੋਂ ਇੱਕ ਜਗ੍ਹਾ ਉਹ ਪਹੁੰਚਿਆ, ਉਹਨੇ ਦੇਖਿਆ, ਵਾਓ, ਇਸ ਪੁਸਤਕ ਦੇ ਹਿਸਾਬ ਨਾਲ ਇਹ ਇਜ਼ਰਾਈਲ ਦੇ ਬੰਧਨ ਵਿੱਚ ਹੋਣ ਦਾ ਸਮਾਂ ਨਹੀਂ ਹੈ। ਇਜ਼ਰਾਈਲ ਨੂੰ ਕੈਪਟੀਵਿਟੀ ਵਿੱਚ ਨਹੀਂ ਹੋਣਾ ਚਾਹੀਦਾ, ਦਾਸਤਵ ਵਿੱਚ ਨਹੀਂ ਹੋਣਾ ਚਾਹੀਦਾ। ਔਰ ਦਾਨੀਅਲ ਨੇ ਪ੍ਰਾਰਥਨਾ ਸ਼ੁਰੂ ਕੀਤੀ ਔਰ ਉਹਦੀ ਜੋ ਪ੍ਰਾਰਥਨਾ ਦਾ ਆਧਾਰ ਸੀ ਉਹ ਬਹੁਤ ਹੀ ਇੰਟਰਸਟਿੰਗ ਸੀ। ਉਹਨੇ ਪ੍ਰਾਰਥਨਾ ਸ਼ੁਰੂ ਕੀਤੀ ਔਰ ਜੋ ਉਹਨੇ ਪ੍ਰਾਰਥਨਾ ਕੀਤੀ ਉਹ ਇਸ ਆਧਾਰ ਤੇ ਨਹੀਂ ਕੀਤੀ ਕਿ ਪਰਮੇਸ਼ਰ ਅਸੀਂ ਅੱਛੇ ਹਾਂ, ਅਸੀਂ ਸੁਧਰ ਗਏ ਹਾਂ। ਨਹੀਂ, ਉਹਨੇ ਜੋ ਪ੍ਰਾਰਥਨਾ ਕੀਤੀ ਉਹਦਾ ਜੋ ਆਧਾਰ ਸੀ ਉਹ ਇਹ ਸੀ ਕਿ ਪ੍ਰਭੂ ਇਹ ਸਮਾਂ ਦਾਨੀਅਲ ਦਾਸਤਾ ਦੇ ਖਤਮ ਹੋਣ ਦਾ ਔਰ ਸਾਡੇ ਦਾਸਤਾ ਤੋਂ ਬਾਹਰ ਆਉਣ ਦਾ, ਉਹਦਾ ਜੋ ਆਧਾਰ ਸੀ ਉਹ ਸਮੇਂ ਸੀ। ਜਿਸ ਤਰ੍ਹਾਂ ਜਾਣਦੇ ਆ ਨਾ ਕੋਈ ਕੇਸ ਕਿ ਤੁਸੀਂ ਕਿਸ ਆਧਾਰ ਤੇ ਲੜੋਗੇ, ਤਾਂ ਇੱਥੇ ਜੋ ਦਾਨੀਅਲ ਨੇ ਆਪਣੀ ਪ੍ਰਾਰਥਨਾ ਸ਼ੁਰੂ ਕੀਤੀ ਔਰ ਉਹਨੇ ਆਪਣੀ ਪ੍ਰਾਰਥਨਾ ਸਮੇਂ ਦੇ ਆਧਾਰ ਤੇ ਸ਼ੁਰੂ ਕੀਤੀ ਕਿ ਪ੍ਰਭੂ ਮੈਂ ਤੁਹਾਡੇ ਵਚਨਾਂ ਚੋਂ ਜਾਣ ਕੇ ਆਵਾਂ ਕਿ ਇਹ ਕਿਹੜਾ ਸਮਾਂ, ਇਹ ਸਮਾਂ ਸਾਡਾ ਗੁਲਾਮੀ ਵਿੱਚ ਰਹਿਣ ਦਾ ਨਹੀਂ ਆ। ਬਾਕੀ ਲੋਕ ਸ਼ਾਇਦ ਦਾਨੀਅਲ ਨੂੰ ਬੇਵਕੂਫ ਸਮਝ ਰਹੇ ਹੋਣਗੇ ਕਿ ਤੂੰ ਆਪਣਾ ਨੂੰ ਬਹੁਤ ਹੁਸ਼ਿਆਰ ਸਮਝਦਾ ਵਾ, ਬਹੁਤ ਚਲਾਕ ਸਮਝਦਾ, ਕਿ ਅਸੀਂ ਸਾਰੇ ਕਿ ਸਾਨੂੰ ਸਮੇਂ ਦੀ ਸਮਝ ਨਹੀਂ ਆ। ਸ਼ਾਇਦ ਪਰਿਸਥਿਤੀਆਂ ਇੱਦਾਂ ਦੀਆਂ ਨਹੀਂ ਲੱਗ ਰਹੀਆਂ ਸੀ ਕਿ ਸਮਾਂ ਬੰਧਨ ਤੋਂ ਛੁੱਟਣ ਦਾ। ਪਰ ਦਾਨੀਅਲ ਨੂੰ ਸਮਝ ਵਿੱਚ ਆ ਗਿਆ ਸੀਗਾ ਬਚਨ ਪੜ੍ਹ ਕੇ ਕਿ ਇਹ ਸਮਾਂ ਦਾਸਤਾ ਵਿੱਚ ਰਹਿਣ ਦਾ ਨਹੀਂ ਆ, ਇਹ ਸਮਾਂ ਦਾਸਤਾ ਵਿੱਚ ਛੁੱਟਣ ਦਾ ਵਾ। ਔਰ ਉਸੇ ਤਰ੍ਹਾਂ ਮੈਂ ਤੁਹਾਨੂੰ ਕਹਿ ਰਿਹਾ, ਇਸ ਸਮਾਂ ਮਹਾਨ ਕੰਮਾਂ ਨੂੰ ਕਰਨ ਦਾ। ਪ੍ਰੇਜ਼ ਦਾ ਲਾਰਡ, ਹਾਲੇਲੂਇਆ। ਤਾਂ ਤੁਸੀਂ ਸਮਝਣਾ ਇਹ ਕਿਹੜਾ ਸਮਾਂ, ਇਸ ਸਮਾਂ ਹੈ ਮਹਾਨ ਕੰਮਾਂ ਨੂੰ ਕਰਨ ਦਾ। ਚਲੋ ਪੜ੍ਹਦੇ ਹਾਂ ਰਸੂਲਾਂ ਦੇ ਕਰਤੱਵ 4 ਅਧਿਆਇ 33ਵਾਂ ਵਚਨ। ਯੂ ਸ਼ੁੱਡ ਨੋ, ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਿਸ ਸਮੇਂ ਵਿੱਚ ਜੀ ਰਹੇ ਹੋ। ਅਸੀਂ 21ਵੀਂ ਸਦੀ ਵਿੱਚ ਜੀ ਰਹੇ ਹਾਂ, ਅਸੀਂ 22ਵੀਂ ਸਦੀ ਵਿੱਚ ਜੀ ਰਹੇ ਹਾਂ। ਲੋਕ ਏਦਾਂ ਹੀ ਗੱਲ ਕਰਦੇ ਆ, ਲੇਕਿਨ ਇੱਥੇ ਬਾਈਬਲ ਸਾਨੂੰ ਦੱਸ ਰਹੀ ਆ ਸਮੇਂ ਦੀ ਸਮਝ। ਤਾਂ ਪ੍ਰੇਰਿਤ ਬੜੀ ਸਾਮਰਥ ਦੇ ਨਾਲ ਪ੍ਰਭੂ ਯੀਸ਼ੂ ਮਸੀਹ ਦੇ ਜੀ ਉੱਠਣ ਦੀ ਗਵਾਹੀ ਦਿੰਦੇ ਔਰ ਉਹਨਾਂ ਸਾਰੇ ਉੱਪਰ ਬੜਾ ਅਨੁਗ੍ਰਹਿ ਸੀ। ਔਰ ਬੜਾ ਅਨੁਗ੍ਰਹਿ ਕਿਹਦੇ ਵਾਸਤੇ ਸੀ? ਵੱਡੇ ਕੰਮਾਂ ਨੂੰ ਕਰਨ ਵਾਸਤੇ। ਪ੍ਰੇਜ਼ ਦਾ ਲਾਰਡ, ਬੋਲੋ ਵੱਡਾ ਅਨੁਗ੍ਰਹਿ ਵੱਡੇ ਕੰਮਾਂ ਨੂੰ ਕਰਨ ਵਾਸਤੇ ਆ। ਇਹ ਜੋ ਮਹੀਨਾ ਵਾ ਇਹ ਵੱਡੇ ਕੰਮਾਂ ਨੂੰ ਕਰਨ ਦਾ ਮਹੀਨਾ ਵਾ। ਅਗਰ ਤੁਸੀਂ ਬਾਈਬਲ ਪੜ੍ਹੋਗੇ, ਜਦੋਂ ਯੀਸ਼ੂ ਮਸੀਹ ਸ਼ੈਤਾਨਾਂ ਨੂੰ ਕੱਢ ਰਿਹਾ ਸੀਗਾ ਤਾਂ ਸ਼ੈਤਾਨਾਂ ਨੇ ਵੀ ਯੀਸ਼ੂ ਮਸੀਹ ਨਾਲ ਜੋ ਗੱਲਬਾਤ ਕੀਤੀ ਉਹਦਾ ਆਧਾਰ ਸਮੇਂ ਸੀ। ਉਹਨੇ ਯੀਸ਼ੂ ਮਸੀਹ ਨੂੰ ਕਿਹਾ, ਹੇ ਪਰਮੇਸ਼ਰ ਦੇ ਪੁੱਤਰ, ਕੀ ਤੂੰ ਸਾਨੂੰ ਸਮੇਂ ਤੋਂ ਪਹਿਲਾਂ ਨਸ਼ਟ ਕਰਨਾ ਆ? ਕੀ ਤੂੰ ਸਾਨੂੰ ਸਮੇਂ ਤੋਂ ਪਹਿਲਾਂ ਕੱਢਣਾ ਆ? ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਸਮੇਂ ਤੋਂ ਪਹਿਲਾਂ ਯੀਸ਼ੂ ਮਸੀਹ ਦੇ ਕੋਲ ਉਹ ਕਰਨ ਦੀ ਸਾਮਰਥ ਨਹੀਂ ਸੀ ਜੋ ਯੀਸ਼ੂ ਮਸੀਹ ਕਰਨਾ ਚਾਹੁੰਦਾ ਸੀ। ਜਿਸ ਤਰ੍ਹਾਂ ਬਹੁਤ ਸਾਰੇ ਲੋਕ ਕਹਿੰਦੇ ਆ, ਮੈਂ ਸ਼ੈਤਾਨ ਨੂੰ ਬੰਨ੍ਹਣਾ। ਤੁਸੀਂ ਸ਼ੈਤਾਨ ਨੂੰ ਨਹੀਂ ਬੰਨ੍ਹ ਸਕਦੇ, ਕਿਉਂਕਿ ਸ਼ੈਤਾਨ ਨੂੰ ਪਰਮੇਸ਼ਰ ਬੰਨੇਗਾ ਰੈਪਚਰ ਤੋਂ ਬਾਅਦ 1000 ਸਾਲ ਵਾਸਤੇ। ਤਾਂ ਬਹੁਤ ਸਾਰੇ ਲੋਕ ਜਦੋਂ ਪ੍ਰਾਰਥਨਾ ਕਰਦੇ ਆ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੇ ਕੀ ਪ੍ਰਾਰਥਨਾ ਕਰਨੀ ਆ, ਕੀ ਉਸ ਪ੍ਰਾਰਥਨਾ ਕਰਨ ਦਾ ਸਮੇਂ ਆ। ਅਗਰ ਕੋਈ ਕਹਿੰਦਾ ਵਾ ਮੈਂ ਸ਼ੈਤਾਨ ਨੂੰ ਬੰਨ੍ਹਦਾ ਵਾ, ਮੈਂ ਸ਼ੈਤਾਨ ਨੂੰ ਨਸ਼ਟ ਹੋਣ ਦਾ ਆਦੇਸ਼ ਦੇਣਾ, ਸ਼ੈਤਾਨ ਨਸ਼ਟ ਨਹੀਂ ਹੋਣ ਵਾਲਾ ਭਾਈ। ਸਹੀ ਹੈ ਨਾ? ਸ਼ੈਤਾਨ ਇੱਕ ਆਤਮਾ ਵਾ, ਕਿਹਨਾਂ ਨੂੰ ਪਤਾ? ਔਰ ਆਤਮਾ ਨਸ਼ਟ ਨਹੀਂ ਹੁੰਦੀ। ਜਦੋਂ ਤੁਸੀਂ ਕਹਿੰਦੇ ਆ ਸ਼ੈਤਾਨ ਮੈਂ ਤੈਨੂੰ ਨਸ਼ਟ ਕਰਦਾ ਯੀਸ਼ੂ ਮਸੀਹ ਨਾਲ ਵਿੱਚ, ਸ਼ੈਤਾਨ ਨੂੰ ਪਤਾ ਤੁਹਾਡੇ ਨਾਲ ਉਹ ਖੇਡ ਸਕਦਾ, ਕਿਉਂਕਿ ਤੁਹਾਡੀ ਜੋ ਪ੍ਰਾਰਥਨਾ ਵਾ ਉਹਦੇ ਵਿੱਚ ਕੋਈ ਕਾਨੂੰਨੀ ਆਧਾਰ ਨਹੀਂ ਆ। ਉਸੇ ਤਰ੍ਹਾਂ ਦਾਨੀਅਲ ਨੂੰ ਪਤਾ ਸੀਗਾ ਕਿ ਇਹ ਜੋ ਸਮੇਂ ਆ ਉਹ ਕਿਹਦਾ ਵਾ? ਇਜ਼ਰਾਈਲ ਦੇ ਬੰਧਨ ਵਿੱਚੋਂ ਨਿਕਲਣ ਦਾ। ਔਰ ਉਹਨੇ ਜੋ ਆਪਣੀਆਂ ਪ੍ਰਾਰਥਨਾਵਾਂ ਸ਼ੁਰੂ ਕੀਤੀਆਂ ਉਹਨੇ ਇਸ ਆਧਾਰ ਤੇ ਕੀਤੀਆਂ ਕਿ ਹੇ ਪ੍ਰਭੂ ਸਾਡਾ ਸਮੇਂ ਆ ਛੁੱਟਣ ਦਾ। ਔਰ ਪਰਮੇਸ਼ਰ ਨੂੰ ਉਹਦੀ ਪ੍ਰਾਰਥਨਾ ਸੁਣਨੀ ਪਈ। ਪ੍ਰੇਜ਼ ਦਾ ਲਾਰਡ, ਹਾਲੇਲੂਇਆ। ਔਰ ਬਾਈਬਲ 'ਚ ਇੱਕ ਹੋਰ ਕਹਾਣੀ ਆ ਅਸਤੇਰ ਦੀ, ਬੜੀ ਅਦਭੁਤ ਕਹਾਣੀ ਆ ਕਿ ਕਿਸ ਤਰ੍ਹਾਂ ਸ਼ਰੇਸ਼ ਰਾਜਾ ਦੇ यहाँ ਇੱਕ ਹਮਾਨ ਨਾਮ ਦਾ ਵਿਅਕਤੀ ਸੀਗਾ। ਰਾਜਾ ਨੇ ਹਮਾਨ ਨੂੰ ਉੱਚੇ ਪਦ ਵਿੱਚ ਉਠਾਇਆ ਔਰ ਪੂਰਾ ਦੇਸ਼ ਹਮਾਨ ਦੇ ਸਾਹਮਣੇ ਝੁਕ ਗਿਆ ਔਰ ਦੰਡਵਤ ਕਰਦਾ ਸੀ। ਪਰ ਰਾਜਾ ਦੇ ਗੇੜ ਤੇ ਮੁਰਦੀ ਨਾਮ ਦਾ ਇੱਕ ਵਿਅਕਤੀ ਰਹਿੰਦਾ ਸੀ ਜੋ ਯਹੂਦੀ ਸੀ। ਔਰ ਜੋ ਯਹੂਦੀ ਸੀਗਾ ਔਰ ਯਹੂਦੀ ਨਿਯਮ ਦੇ ਵਿੱਚ ਕਿਸੇ ਦੇ ਸਾਹਮਣੇ ਝੁਕਣਾ ਮਨਾ ਵਾ।
ਤਾਂ ਉਹ ਹਮਾਨ ਦੇ ਸਾਹਮਣੇ ਨਹੀਂ ਝੁਕਿਆ। ਕਿਉਂਕਿ ਉਹ ਹਮਾਨ ਦੇ ਸਾਹਮਣੇ ਨਹੀਂ ਝੁਕਿਆ, ਹਮਾਨ ਨੂੰ ਬੁਰਾ ਲੱਗਾ। ਉਹਨੇ ਕਿਹਾ ਇਹਦੀ ਹਿੰਮਤ ਕਿੱਦਾਂ ਹੋਈ ਮੇਰੇ ਸਾਹਮਣੇ ਨਾ ਝੁਕਣ ਦੀ, ਮੈਂ ਇਹਨੂੰ ਬਰਬਾਦ ਕਰ ਦੂੰਗਾ। ਕਿਹਨਾਂ ਨੂੰ ਪਤਾ ਅਸਤੇਰ ਦੀ ਕਹਾਣੀ ਦਾ? ਮੈਂ ਤੁਹਾਨੂੰ ਨਟਸ਼ਲ 'ਚ ਦੱਸਦੇ ਹਾਂ। ਚਲੋ ਕੁਝ ਵਚਨ ਦੱਸਦੇ ਹਾਂ। ਅਸਤੇਰ ਚੈਪਟਰ 3 ਵਰਸ 5 ਕੁਝ ਵਚਨ ਦੇਖਦੇ ਆਪਾਂ। ਜਦੋਂ ਹਮਾਨ ਨੇ ਦੇਖਿਆ ਕਿ ਮੁਰਦਕੇ ਨਹੀਂ ਝੁਕਿਆ, ਨਾ ਮੈਨੂੰ ਦੰਡਵਤ ਕਰਦਾ, ਤਦ ਹਮਾਨ ਬਹੁਤ ਗੁੱਸੇ ਹੋਇਆ। ਉਹਨੂੰ ਗੁੱਸਾ ਆਇਆ ਜੋ ਮੈਂ ਤੁਹਾਨੂੰ ਕਿਹਾ ਹੁਣੀ। ਨੈਕਸਟ, ਉਹਨੇ ਸਿਰਫ ਮੁਰਦਕੇ ਤੇ ਹੱਥ ਉਠਾਉਣਾ ਆਪਣੀ ਮਰਿਆਦਾ ਤੋਂ ਘੱਟ ਜਾਣਿਆ, ਕਿਉਂਕਿ ਉਹਨਾਂ ਨੂੰ ਹਮਾਨ ਨੂੰ ਦੱਸਿਆ ਸੀਗਾ ਕਿ ਮੁਰਦਕੇ ਕਿਸੇ ਜਾਤੀ ਦਾ ਵਾ। ਇਸ ਕਰਕੇ ਹਮਾਨ ਨੇ ਸ਼ਰੇਸ਼ ਦੇ ਸਮਰਾਜ ਵਿੱਚ ਰਹਿਣ ਵਾਲੇ ਸਾਰੇ ਯਹੂਦੀਆਂ ਨੂੰ ਵੀ ਮੁਰਦਕੇ ਦੀ ਜਾਤੀ ਜਾਣ ਕੇ ਨਸ਼ਟ ਕਰਨ ਦੀ ਯੁਕਤੀ ਕੱਢੀ। ਇੱਕ ਆਦਮੀ ਨਹੀਂ ਝੁਕਿਆ। ਉਹਨੇ ਕਿਹਾ ਇੱਕ ਆਦਮੀ ਨੂੰ ਕੀ ਮਾਰਨਾ, ਸਾਰੀ ਜਾਤੀ ਨੂੰ ਖਤਮ ਕਰ ਦੇਣਾ। ਸੋਚ ਕੇ ਦੇਖੋ। ਨੈਕਸਟ, ਰਾਜਾ ਸ਼ਰੇਸ਼ ਦੇ 12ਵੇਂ ਵਰਸ਼ ਦੇ ਪਹਿਲੇ ਮਹੀਨੇ ਵਿੱਚ ਹਮਾਨ ਦੇ ਆਦਰਨਾਮੇ ਦੇ ਵਿੱਚ ਇੱਕ ਦਿਨ ਔਰ ਇੱਕ ਮਹੀਨੇ ਵਾਸਤੇ ਪੂਰਾ ਚਿੱਠੀ ਸਾਹਮਣੇ ਆਪਣੇ ਡਲਵਾਈ। ਤਦ ਹਮਾਨ ਨੇ ਰਾਜਾ ਸ਼ਰੇਸ਼ ਨੂੰ ਕਿਹਾ, ਤੇਰੇ ਰਾਜ ਦੇ ਸਾਰੇ ਪ੍ਰਾਂਤਾਂ ਵਿੱਚ ਰਹਿਣ ਵਾਲੇ ਦੇਸ਼ ਦੇ ਲੋਕਾਂ ਦੇ ਮੱਧ ਵਿੱਚ ਤਿੱਤਰ ਬਿੱਤਰ ਇੱਕ ਛੁੱਟੀ ਹੋਈ ਇੱਕ ਜਾਤੀ ਆ, ਜਿਹਦੇ ਨਿਯਮ ਸਾਰੇ ਲੋਕਾਂ ਦੇ ਨਿਯਮਾਂ ਤੋਂ ਭਿੰਨ ਵਾ। ਉਹ ਰਾਜਾ ਦੇ ਕਾਨੂੰਨ ਤੇ ਨਹੀਂ ਚੱਲਦੇ, ਇਸ ਲਈ ਉਹਨਾਂ ਨੂੰ ਰਹਿਣ ਦੇਣਾ ਰਾਜੇ ਵਾਸਤੇ ਲਾਭਦਾਇਕ ਨਹੀਂ ਆ। ਉਹਨਾਂ ਨੇ ਦੇਖਿਆ ਕਿ ਦੁਸ਼ਟ ਲੋਕ ਕਿੱਦਾਂ ਸਰਕਾਰਾਂ ਨੂੰ ਫਸਾਉਂਦੇ ਆ, ਕਿੱਦਾਂ ਨਿਯਮਾਂ ਨੂੰ ਬਣਾਉਂਦੇ ਆ। ਉਹਨਾਂ ਨੂੰ ਪਤਾ ਵਾ ਕਿਹੜੀ ਭਾਸ਼ਾ ਇਸਤੇਮਾਲ ਕਰਨੀ ਹੈ, ਪਰ ਲੋਕਾਂ ਨੂੰ ਨਹੀਂ ਪਤਾ। ਲੋਕਾਂ ਨੂੰ ਲੱਗਦਾ ਵਾ ਉਹ ਜਿਹਦੇ ਖਿਲਾਫ ਬੁਰਾ ਹੋ ਰਿਹਾ ਵਾ, ਸਾਡੇ ਖਿਲਾਫ ਬੁਰਾ ਨਹੀਂ ਹੋ ਰਿਹਾ। ਉਹ ਸੁਣਦੇ ਰਹਿੰਦੇ ਆ। ਔਰ ਇਹੀ ਹੁੰਦਾ ਵਾ ਅਸਤੇਰ ਦੇ ਨਾਲ। ਔਰ ਇਹ ਸਥਿਤੀ ਸੀ ਜਦੋਂ ਰਾਜੇ ਦੀ ਆਗਿਆ ਆ ਗਈ ਕਿ ਸਾਰੇ ਯਹੂਦੀਆਂ ਨੂੰ ਨਸ਼ਟ ਕਰ ਦਿੱਤਾ ਜਾਵੇਗਾ। ਔਰ ਇਹ ਗੱਲ ਮੁਰਦਕੇ ਨੂੰ ਪਤਾ ਲੱਗੀ। ਮੁਰਦਕੇ ਗੇਟ ਤੇ ਬੈਠਦਾ ਸੀਗਾ। ਸਾਰੀ ਜਾਣਕਾਰੀ ਕਿੱਥੋਂ ਨਿਕਲਦੀ ਸੀ? ਰਾਜਾ ਦੇ ਗੇਟ ਤੋਂ। ਔਰ ਰਾਜੇ ਦੇ ਰਾਜ ਵਿੱਚ ਮੁਰਦਕੇ ਦਾ ਬੜਾ ਸਨਮਾਨ ਸੀ, ਕਿਉਂਕਿ ਮੁਰਦਕੇ ਨੇ ਇੱਕ ਦਿਨ ਰਾਜਾ ਦੀ ਜਾਨ ਬਚਾਈ ਸੀਗੀ। ਪੂਰਾ ਸ਼ਹਿਰ ਮੁਰਦਕੇ ਦਾ ਸਨਮਾਨ ਕਰਦਾ ਸੀ। ਔਰ ਜੋ ਵੀ ਘਟਨਾ ਹੁੰਦੀ ਸੀ ਮੁਰਦਕੇ ਦੇ ਕੋਲ ਆਉਂਦੀ ਸੀਗੀ। ਤਾਂ ਜਦੋਂ ਹਮਾਨ ਨੇ ਇਹ ਯੋਜਨਾ ਬਣਾਈ ਕਿ ਮੈਂ ਸਾਰੀ ਯਹੂਦੀਆਂ ਨੂੰ ਨਸ਼ਟ ਕਰੂੰਗਾ, ਤਾਂ ਇਸ ਯੋਜਨਾ ਦੀ ਭਣਕ ਕਿਹਨੂੰ ਲੱਗੀ? ਮੁਰਦਕੇ ਨੂੰ ਲੱਗੀ। ਔਰ ਮੁਰਦਕੇ ਦੀ ਜੋ ਭਤੀਜੀ ਸੀ ਅਸਤੇਰ, ਉਹ ਰਾਜਾ ਸ਼ਰੇਸ਼ ਦੀ ਰਾਣੀ ਸੀ। ਤਾਂ ਮੁਰਦਕਾਈ ਨੇ ਕਹਾਣੀ ਕਿਹਨੂੰ ਦੱਸੀ? ਰਾਣੀ ਅਸਤਰ ਨੂੰ ਦੱਸੀ ਕਿ ਤੂੰ ਕੁਛ ਕਰ। ਔਰ ਉੱਥੇ ਰਾਣੀ ਅਸਤੇਰ ਦਾ ਜਵਾਬ ਆਇਆ 14ਵੇਂ ਦੇ 4ਥੇ ਅਧਿਆਏ ਦੇ ਵਿੱਚ। ਤਾਂ ਅਸਤੇਰ ਦੇ ਕੋਲ ਕੀ ਆਇਆ? ਸੁਸਮਾਚਾਰ ਆਇਆ ਕਿ ਸਾਰੇ ਯਹੂਦੀਆਂ ਨੂੰ ਨਸ਼ਟ ਕਰਨ ਵਾਲੇ ਆ। ਔਰ ਅਸਤੇਰ ਦਾ ਜਵਾਬ ਕੀ ਸੀਗਾ? ਤਾਂ ਅਸਤੇਰ ਨੇ ਹਤਾਕ ਨੂੰ ਮੁਰਦਕੇ ਤੋਂ ਇਹ ਕਹਿਣ ਦੀ ਆਗਿਆ ਦਿੱਤੀ, ਰਾਜਾ ਦੇ ਸਾਰੇ ਕਰਮਚਾਰੀ ਵਰਨ ਰਾਜਾ ਦੇ ਪ੍ਰਾਂਤਾਂ ਦੇ ਸਾਰੇ ਲੋਕਾਂ ਨੂੰ ਮਾਲੂਮ ਹੈ ਕਿ ਕੀ ਪੁਰਖ ਕੀ ਇਸਤਰੀ ਕੋਈ ਕਿਉਂ ਨਾ ਹੋਵੇ ਜੋ ਆਗਿਆ ਬਿਨਾਂ ਪਾਏ ਭੀਤਰੀ ਆਂਗਨ ਵਿੱਚ ਰਾਜੇ ਦੇ ਆਂਗਨ ਵਿੱਚ ਜਾਏਗਾ, ਉਹਦੇ ਮਾਰ ਡਾਲਣ ਦੀ ਆਗਿਆ ਵਾ। ਕੇਵਲ ਜਿਹਦੀ ਔਰ ਰਾਜਾ ਸੋਨੇ ਦਾ ਰਾਜਵੰਦ ਵਧਾਏ ਉਹੀ ਬਚਦਾ। ਪਰ ਹੁਣ ਮੈਂ 30 ਦਿਨ ਤੋਂ ਰਾਜਾ ਦੇ ਕੋਲ ਨਹੀਂ ਬੁਲਾਈ ਗਈ। ਨੈਕਸਟ, ਤਾਂ ਉੱਥੇ ਅਸਤੇਰ ਨੇ ਦੱਸਣਾ ਸ਼ੁਰੂ ਕੀਤਾ ਕਿ ਸਾਰਿਆਂ ਨੂੰ ਇਹ ਨਿਯਮ ਪਤਾ ਵਾ, ਅਗਰ ਮੈਂ ਰਾਜੇ ਦੇ ਬਿਨਾਂ ਬੁਲਾਏ ਰਾਜੇ ਦੇ ਸਾਹਮਣੇ ਜਾਊਂਗੀ ਤਾਂ ਮੈਂ ਮਾਰ ਦਿੱਤੀ ਜਾਊਂਗੀ। ਤੁਸੀਂ ਮੇਰੇ ਤੋਂ ਕੀ ਆਸ਼ਾ ਕਰ ਰਹੇ? ਮੈਂ ਉਹਨਾਂ ਨੂੰ ਕਿੱਦਾਂ ਬਚਾਊਂਗੀ? ਕਿਉਂਕਿ ਮੇਰੀ ਖੁਦ ਦੀ ਜਾਨ ਖਤਰੇ ਵਿੱਚ ਹੈ। ਮੈਂ ਅਗਰ ਰਾਜੇ ਦੇ ਸਾਹਮਣੇ ਜਾਊਂਗੀ, ਅਗਰ ਰਾਜੇ ਨੇ ਮੈਨੂੰ ਨਹੀਂ ਬੁਲਾਇਆ ਤਾਂ ਮੇਰਾ ਹੀ ਗਲਾ ਕੱਟ ਦਿੱਤਾ ਜਾਵੇਗਾ। ਹੈਲੋ, ਅਸਤੇਰ ਦੀ ਗੱਲ ਮੁਰਦਕੇ ਨੂੰ ਸੁਣਾਈ ਦਿੱਤੀ। ਔਰ ਅਸਤੇਰ ਨੇ ਕਹਾਣੀ ਕਿਹਨੂੰ ਦਿੱਤੀ ਆ? ਅਸਤੇਰ ਦਾ ਇਹ ਸੰਦੇਸ਼ ਮੁਰਦਕੇ ਕੋਲ ਪਹੁੰਚਿਆ। ਮੁਰਦਕੇ ਦਾ ਜਵਾਬ। ਤਦ ਮੁਰਦਕੇ ਨੇ, ਇੱਥੇ ਸੁਣ ਲਓ ਬੜੇ ਧਿਆਨ ਦੇ ਨਾਲ, ਲੋਕਾਂ ਦੇ ਕੋਲ ਬੁੱਧੀ ਨਹੀਂ, ਬਹੁਤਾ ਲੋਕਾਂ ਦੇ ਕੋਲ ਸਮਝ ਨਹੀਂ ਆ। ਉਹਨਾਂ ਨੂੰ ਨਹੀਂ ਸਮਝ ਵਿੱਚ ਆਉਂਦਾ ਕੀ ਹੋ ਰਿਹਾ ਵਾ, ਕਿਹਦੇ ਖਿਲਾਫ ਹੋ ਰਿਹਾ, ਕਿਉਂ ਹੋ ਰਿਹਾ। ਉਹ ਬਹੁਤ ਸਿੱਧੇ ਸਾਦੇ ਹੁੰਦੇ, ਭੋਲੇ ਭਾਲੇ ਹੁੰਦੇ ਆ, ਉਹਨਾਂ ਨੂੰ ਦੁਨੀਆ ਵਿੱਚ ਸਮਝ ਨਹੀਂ ਆਉਂਦੀ। ਤਦ ਮੁਰਦਕੇ ਨੇ ਅਸਤੇਰ ਦੇ ਕੋਲ ਜਾ ਕੇ ਕਹਿਲਾ ਭੇਜਿਆ, ਤੂੰ ਮਨ ਹੀ ਮਨ ਇਹ ਵਿਚਾਰ ਨਾ ਕਰ ਕਿ ਮੈਂ ਰਾਜ ਭਵਨ ਵਿੱਚ ਰਹਿਣ ਦੇ ਕਾਰਨ ਸਭ ਯਹੂਦੀਆਂ ਵਿੱਚ ਬਚੀ ਰਹੂੰਗੀ। ਉਹ ਦੱਸ ਰਿਹਾ ਸੀਗਾ ਕਿ ਇਹ ਨਿਯਮ ਤੇਰੇ ਖਿਲਾਫ ਵੀ ਆ। ਤਾਂ ਇਹ ਖੁਸ਼ ਨਾ ਹੋਵੋ, ਅਸੀਂ ਤਾਂ ਮੁੰਬਈ ਵਿੱਚ ਵਾਂ, ਅਸੀਂ ਤਾਂ ਪੰਜਾਬ ਦੇ ਵਿੱਚ ਵਾਂ, ਪੰਜਾਬ ਪਰੇਸ਼ਾਨੀ ਤਾਂ ਯੂਪੀ ਵਾਲਿਆਂ ਨੂੰ ਆ। ਅੱਜ ਯੂਪੀ ਵਾਲਿਆਂ ਨੂੰ ਆ, ਪਰ ਇੱਕ ਕੱਲ੍ਹ ਤੁਹਾਡੇ ਕੋਲ ਵੀ ਆਏਗੀ। ਅਸਤੇਰ ਵੀ ਇੱਦਾਂ ਸੀ। ਅਸਤੇਰ ਨੇ ਕਿਹਾ ਮੇਰੀ ਜ਼ਿੰਦਗੀ ਦਾਅ 'ਤੇ ਆ, ਮੈਂ ਕਿਉਂ ਜਾ ਕੇ ਫਸਾ। ਮੁਰਦਕੇ ਨੇ ਉਹਦੇ ਕੋਲ ਭੇਜਿਆ, ਤੂੰ ਮਨ ਹੀ ਮਨ ਇਹ ਵਿਚਾਰ ਨਾ ਕਰ ਕਿ ਮੈਂ ਰਾਜ ਭਵਨ ਦੇ ਵਿੱਚ ਵਾਂ ਤਾਂ ਇਸ ਕਰਕੇ ਮੈਂ ਬਚੀ ਰਹੂੰਗੀ। ਨਹੀਂ, ਉਹ ਇੱਕ ਜਾਤੀ ਦੇ ਖਿਲਾਫ ਫਰਮਾਨ ਆਇਆ ਵਾ। ਇੱਕ ਜਾਤੀ ਦੀ ਦੁਕਾਨ ਉਖਾੜ ਦਿੱਤੀ, ਇੱਕ ਜਾਤੀ ਦੇ ਉੱਪਰ ਬੁਲਡੋਜ਼ਰ ਚੱਲ ਰਿਹਾ। ਤੁਹਾਡੇ ਕੋਲ ਬੁਲਡੋਜ਼ਰਾਂ 'ਚ ਟਾਈਮ ਨਹੀਂ ਲੱਗੇਗਾ ਭਾਈ, ਬਿਲਕੁਲ ਸਮਾਂ ਨਹੀਂ ਲੱਗੇਗਾ।
ਤਾਂ ਇਹ ਨਾ ਸੋਚੋ ਕਿ ਇਹ ਨਿਯਮ ਤੁਹਾਡੇ ਖਿਲਾਫ ਨਹੀਂ ਆ, ਇਹ ਨਿਯਮ ਤੁਹਾਡੇ ਖਿਲਾਫ ਹੈ। ਅਗਰ ਸੰਸਦ 'ਤੇ ਹਮਲਾ ਹੁੰਦਾ ਵਾ ਤਾਂ ਅਸੀਂ ਕੀ ਕਹਿੰਦੇ ਆ ਕਿ ਦੇਸ਼ 'ਤੇ ਹਮਲਾ ਹੁੰਦਾ ਕਿ ਨੇਤਾਵਾਂ 'ਤੇ ਹਮਲਾ ਹੁੰਦਾ? ਹੈਲੋ, ਕਿਤੇ ਹਮਲਾ ਹੋਇਆ? ਅਗਰ ਸੈਨਿਕ ਮਰਦਾ ਵਾ ਅਸੀਂ ਕੀ ਕਹਿੰਦੇ ਆ, ਸੈਨਿਕ 'ਤੇ ਹਮਲਾ ਹੋਇਆ ਕਿ ਦੇਸ਼ 'ਤੇ ਹਮਲਾ ਹੋਇਆ? ਅਗਰ ਦੇਸ਼ ਦੇ ਇੱਕ ਨਾਗਰਿਕ 'ਤੇ ਹਮਲਾ ਹੋਇਆ ਤਾਂ ਹਰ ਨਾਗਰਿਕ 'ਤੇ ਹਮਲਾ ਹੋਇਆ। ਉਹ ਗੱਲ ਅਲੱਗ ਵਾ, ਸ਼ਾਇਦ ਹਮਲਾ ਕਰਨ ਵਾਲੇ ਲੋਕ ਸਾਡੇ ਹੀ ਆ ਔਰ ਨਿਯਮ ਬਦਲ ਕੇ ਹਮਲਾ ਕਰ ਰਹੇ ਆ। ਪਰ ਇਹ ਨਾ ਸੋਚੋ ਕਿ ਉਹਨਾਂ ਨੂੰ ਤੁਹਾਨੂੰ ਹਮਲਾ ਕਰਨ 'ਤੇ ਕੋਈ ਸਮਾਂ ਲੱਗੇਗਾ। ਔਰ ਇਹ ਉਹ ਸੋਚ ਸੀ ਜੋ ਕੋ ਮੁਰਦਕਾਏ ਅਸਤੇਰ ਦੇ ਕੋਲ ਪਹੁੰਚਾ ਰਿਹਾ ਸੀਗਾ। ਤੂੰ ਮਨ ਹੀ ਮਨ ਇਹ ਵਿਚਾਰ ਨਾ ਕਰ ਕਿ ਮੈਂ ਰਾਜ ਭਵਨ ਦੇ ਵਿੱਚ ਸੇਫ ਰਹੂੰਗੀ, ਬਚੀ ਰਹੂੰਗੀ। ਉਹਨੇ ਕਿਹਾ ਇੱਦਾਂ ਨਾ ਸੋਚ, ਇਹ ਬੇਵਕੂਫੀ ਨਾ ਕਰ ਕਿ ਤੂੰ ਬਚ ਜਾਊਂਗੀ। ਬਹੁਤ ਸਾਰੇ ਲੋਕ ਕਹਿੰਦੇ ਆ ਅਸੀਂ ਪ੍ਰਾਰਥਨਾ ਕਰ ਰਹੇ ਹਾਂ, ਅਸੀਂ ਮਿਹਨਤ ਕਿਉਂ ਕਰ ਰਹੇ ਹਾਂ, ਅਸੀਂ ਤਾਂ ਬਚੇ ਹੋਏ ਹਾਂ, ਅਸੀਂ ਤਾਂ ਪਰੇਸ਼ਾਨੀ ਵਿੱਚ ਨਹੀਂ ਹਾਂ। ਅਗਰ ਕੋਈ ਪਰੇਸ਼ਾਨੀ ਵਿੱਚ ਇਹ ਆ ਤਾਂ ਸੱਚਾਈ ਇਹ ਵਾ ਕਿ ਤੁਸੀਂ ਵੀ ਪਰੇਸ਼ਾਨੀ ਵਿੱਚ ਆ। ਇਹ ਸੱਚਾਈ ਆ। ਅਗਰ ਇੱਕ ਪਰੇਸ਼ਾਨੀ ਵਿੱਚ ਆ ਤਾਂ ਤੁਸੀਂ ਵੀ ਪਰੇਸ਼ਾਨੀ ਵਿੱਚ ਆ। ਬੈਟਰ ਹੈ ਜਾਗ ਜਾਓ, ਬੁੱਧੀਮਾਨ ਹੋ ਜਾਓ, ਕਿਉਂਕਿ ਬਹੁਤਿਆਂ ਦੇ ਕੋਲੇ ਬੁੱਧੀ ਨਹੀਂ ਆਉਂਦੀ। ਉਹ ਜ਼ਿੰਦਗੀ ਭਰ ਨਹੀਂ ਸਮਝ ਕਿ ਦੂਜਾ ਪਰੇਸ਼ਾਨੀ ਵਿੱਚ ਤਾਂ ਅਸੀਂ ਪਰੇਸ਼ਾਨੀ ਵਿੱਚ ਕਿੱਦਾਂ ਵਾ। ਉਹ ਕਹਿੰਦਾ ਮੈਂ ਤਾਂ ਨਹੀਂ ਹਾਂ ਭਾਈ ਪਰੇਸ਼ਾਨੀ ਵਿੱਚ, ਮੈਂ ਇਹਦੇ ਵਾਸਤੇ ਕਿਉਂ ਕੁਛ ਕਰਾਂ? ਤੁਹਾਨੂੰ ਕਰਨਾ ਪਵੇਗਾ ਭਾਈ। ਮਨ ਵਿੱਚ ਵਿਚਾਰ ਨਾ ਕਰੋ ਕਿ ਤੁਸੀਂ ਬਚੇ ਰਹੋਗੇ, ਦੂਜਾ ਫਸੇਗਾ। ਬਹੁਤ ਸਾਰੇ ਇੱਦਾਂ ਦੇ ਹੀ ਆ ਔਰ ਉਹਨਾਂ ਬੇਵਕੂਫਾਂ ਦੀ ਵਜ੍ਹਾ ਨਾਲ ਉਹ ਮਰਦੇ ਆ, ਕਿਉਂਕਿ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਦੂਜੇ ਨੂੰ ਕੀ ਫਰਕ, ਦੂਜੇ ਬਦਲ ਕੀ ਹੋ ਰਿਹਾ। ਉਹਨਾਂ ਨੂੰ ਲੱਗਦਾ ਉਹਨਾਂ ਜਾਤੀ ਦੇ ਖਿਲਾਫ ਨਹੀਂ ਆ, ਉਹਨਾਂ ਦੇ ਧਰਮ ਦੇ ਖਿਲਾਫ ਨਹੀਂ ਆ, ਉਹਨਾਂ ਦੇ ਰਾਜ ਦੇ ਖਿਲਾਫ ਨਹੀਂ ਆ। ਉਹ ਤੁਹਾਡੇ ਖਿਲਾਫ ਹੈ ਭਾਈ, ਉਹ ਸਾਰੀ ਮਾਨਵ ਜਾਤੀ ਦੇ ਖਿਲਾਫ ਹੈ। ਪ੍ਰੇਜ਼ ਦ ਲਾਰਡ। ਔਰ ਇਹ ਉਹ ਸੋਚ ਸੀ ਜੋ ਮੁਰਦਕੇ ਨੇ ਕਹਿੰਦੇ ਦਿੱਤੀ ਅਸਤੇਰ ਨੂੰ ਕਿ ਤੂੰ ਮਨ ਹੀ ਮਨ ਇਹ ਵਿਚਾਰ ਨਾ ਕਰ ਕਿ ਮੈਂ ਹੀ ਰਾਜ ਭਵਨ ਦੇ ਰਾਜ ਵਿੱਚ ਸਭ ਯਹੂਦੀਆਂ ਵਿੱਚ ਬਚੀ ਰਹੂੰਗੀ। ਨੈਕਸਟ, ਕਿਉਂਕਿ ਜੋ ਤੂੰ ਇਸ ਸਮੇਂ ਚੁੱਪਚਾਪ ਰਹੀ ਤਾਂ ਹੋਰ ਕਿਸੇ ਨਾ ਕਿਸੇ ਉਪਾਏ ਤੋਂ ਯਹੂਦੀ ਦਾ ਛੁਟਕਾਰਾ ਤਾਂ ਹੋ ਜਾਏਗਾ, ਪਰ ਤੂੰ ਆਪਣੇ ਪਿਤਾ ਦੇ ਘਰਾਣੇ ਸਮੇਤ ਨਸ਼ਟ ਹੋ ਜਾਏਗੀ। ਕਿਆ ਜਾਣੇ ਤੈਨੂੰ ਇੱਦਾਂ ਦੇ ਕਠਿਨ ਸਮੇਂ ਵਾਸਤੇ ਰਾਜਪਤੀ ਦਿੱਤਾ ਗਿਆ ਹੋ। ਪੜੋਸੀ ਨੂੰ ਬੋਲੋ ਸਮਾਂ। ਉਹ ਯਾਦ ਦਿਲਾ ਰਿਹਾ ਸੀ ਸਮਾਂ। ਹੁਣ ਬਾਈਬਲ ਨੂੰ ਪੜ੍ਹੋਗੇ ਤੁਹਾਨੂੰ ਸਮੇਂ ਦੀ ਮਹੱਤਤਾ ਸਮਝ ਆਏਗੀ। ਹਰ ਜਗ੍ਹਾ ਸਮੇਂ, ਹਰ ਜਗ੍ਹਾ ਸਮੇਂ ਤੁਹਾਨੂੰ ਬੋਲਦਾ ਹੋਇਆ ਦਿਖਾਈ ਦੇਵੇਗਾ। ਮੈਂ ਕਿਹਾ ਕੀ ਜਾਣੇ ਤੈਨੂੰ ਐਸੇ ਕਠਿਨ ਸਮਿਆਂ ਵਾਸਤੇ ਰਾਜਪਦ ਮਿਲ ਗਿਆ। ਇਹਨੂੰ ਸੁਣ ਕੇ ਅਸਤੇਰ ਨੂੰ ਬੁੱਧੀ ਆਈ। ਜਦੋਂ ਤੁਸੀਂ ਕਹਾਣੀ ਪੜ੍ਹੋਗੇ ਅਸਤੇਰ ਨੇ ਕਿਹਾ ਓਕੇ, ਸਾਰੇ ਯਹੂਦੀ ਨੇ ਬੋਲੋ ਕਿ ਉਹ ਮੇਰੇ ਵਾਸਤੇ ਉਪਵਾਸ ਕਰੇ, ਪ੍ਰਾਰਥਨਾ ਕਰੇ। ਮੈਂ ਆਪਣੀ ਜਾਨ ਨੂੰ ਦਾਅ 'ਤੇ ਲਗਾ ਕੇ ਕਿੱਥੇ ਜਾਣ ਵਾਲੀ ਹਾਂ? ਰਾਜੇ ਦੇ ਸਾਹਮਣੇ ਜਾਣ ਵਾਲੀ ਹਾਂ। ਕਿਉਂਕਿ ਇਹਨੂੰ ਸਮਝ ਵਿੱਚ ਆ ਗਿਆ ਸੀਗਾ ਇਹਨੂੰ ਸੁਣਨ ਤੋਂ ਬਾਅਦ ਕਿ ਉਹ ਮੈਂ ਵੀ ਨਸ਼ਟ ਹੋ ਸਕਦੀ ਹਾਂ। ਬਹੁਤਿਆਂ ਨੂੰ ਨਹੀਂ ਸਮਝ ਆਇਆ, ਬਹੁਤਿਆਂ ਨੂੰ ਨਹੀਂ ਸਮਝ ਆਉਂਦਾ ਨਸ਼ਟ ਹੋ ਸਕਦੇ। ਉਹਨਾਂ ਕੋਲ ਸਾਨੂੰ ਕੀ ਫਰਕ ਪੈਂਦਾ? ਯੂਪੀ ਵਿੱਚ ਨਿਯਮ ਬਣਿਆ ਵਾ, ਦੂਜੀ ਜਾਤੀ ਦੇ ਖਿਲਾਫ ਕੰਮ ਕਰ ਰਹੇ ਆ, ਉਹਨਾਂ ਦੀ ਸੰਪਤੀ ਜ਼ਬਤ ਕਰ ਰਹੇ ਆ। ਤੁਹਾਡੀ ਸੰਪਤੀ ਜ਼ਬਤ ਕਰਦੇ ਪਰ 1 ਸੈਕਿੰਡ ਲੱਗੇਗਾ। ਅਗਰ ਤੁਸੀਂ ਪ੍ਰਾਰਥਨਾ ਨਹੀਂ ਕਰੋਗੇ, ਅੱਜ ਤੁਸੀਂ ਉਹਦੇ ਖਿਲਾਫ ਕੁਝ ਨਹੀਂ ਕਰੋਗੇ, ਤੁਹਾਡੇ ਤੱਕ ਪਹੁੰਚਣ ਲੱਗੇ ਟਾਈਮ ਨਹੀਂ ਲੱਗੇਗਾ। ਇੱਕ ਬੁੱਧੀਮਾਨ ਆਦਮੀ ਨੇ ਕਿਹਾ ਜਦੋਂ ਪੜੋਸੀ ਦਾ ਘਰ ਵਿੱਚ ਅੱਗ ਲੱਗੀ ਹੋਵੇ ਤਾਂ ਬਾਲਟੀ ਲੈ ਕੇ ਪਾਣੀ ਲੈ ਕੇ ਚਲੇ ਜਾਣਾ ਭਾਈ। ਔਰ ਕੁਛ ਲੋਕ ਇੰਨੇ ਬੇਵਕੂਫ ਹੁੰਦੇ ਆ, ਦੂਜੀ ਜਾਤੀ ਦਾ ਅਤਿਆਚਾਰ ਹੋ ਰਿਹਾ ਵਾ, ਉਹ ਚੁੱਪ ਬੈਠੇ ਹੁੰਦੇ ਆ। ਉਹਨਾਂ ਨੂੰ ਨਹੀਂ ਪਤਾ ਇੱਕ ਸ਼ਤਰੂ ਪੈਦਾ ਕੀਤਾ ਜਾ ਰਿਹਾ। ਉਹਨਾਂ ਨੂੰ ਬਹੁਤਿਆਂ ਨੂੰ ਸਮਝ ਨਹੀਂ ਆ ਰਿਹਾ। ਉਹਦੇ ਖਿਲਾਫ ਬੋਲਿਆ ਵਾ, ਮੇਰੇ ਖਿਲਾਫ ਥੋੜ੍ਹੀ ਬਹੁਤ ਬੋਲਿਆ, ਮੈਂ ਕੁਛ ਨਹੀਂ ਕਰੂੰਗਾ, ਮੈਂ ਚੁੱਪ ਬੈਠਾ ਰਹੂੰਗਾ। ਇਹ ਕੋਈ ਬੁੱਧੀ ਨਹੀਂ ਹੈ। ਲੇਕਿਨ ਜਦੋਂ ਉਹਨਾਂ ਦੇ ਕੋਲ ਬੁਰਾਈ ਹੁੰਦੀ ਆ, ਮੇਰੇ ਨਾਲ ਕੋਈ ਨਹੀਂ ਖੜਦਾ, ਕਿਉਂਕਿ ਤੁਸੀਂ ਕਿਸੇ ਦੇ ਨਾਲ ਨਹੀਂ ਖੜੇ। ਤੁਸੀਂ ਕਿਸੇ ਦੇ ਨਾਲ ਨਹੀਂ ਖੜੇ। ਕਿਸੇ ਦਾ ਦੁੱਖ ਤੁਹਾਡਾ ਦੁੱਖ ਨਹੀਂ ਹੈ, ਕਿਸੇ ਦੀ ਪਰੇਸ਼ਾਨੀ ਤੁਹਾਡੀ ਪਰੇਸ਼ਾਨੀ ਨਹੀਂ ਹੈ, ਕਿਸੇ ਦੇ ਵਾਸਤੇ ਤੁਹਾਡੀ ਅੱਖਾਂ ਵਿੱਚ ਆਂਸੂ ਨਹੀਂ ਆਏ। ਅਸਤੇਰ ਦੇ ਨਾਲ ਵੀ ਏਦਾਂ ਸੀ। ਪ੍ਰੇਜ਼ ਦ ਲਾਰਡ, ਹਾਲੇਲੂਇਆ, ਹਾਲੇਲੂਇਆ। ਔਰ ਮੁਰਦਕਾ ਨੇ ਕੀ ਕਿਹਾ? ਮਨ ਹੀ ਮਨ ਇਹ ਨਾ ਸੋਚੀ ਕਿ ਤੂੰ ਬਚ ਜਾਊਂਗੀ, ਮਹਿਲ 'ਚ ਬੈਠੀ ਤਾਂ ਬਚ ਜਾਊਂਗੀ। ਬਹੁਤਿਆਂ ਨੂੰ ਨਹੀਂ ਪਤਾ। ਉਹਨਾਂ ਲੱਗਦਾ ਅਸੀਂ ਮਹਿਲ 'ਚ ਬੈਠੇ ਹਾਂ, ਸਾਡਾ ਥੋੜ੍ਹੀ ਕੁਛ ਹੋਣਾ। ਚਿੰਤਾ ਨਾ ਕਰੋ, ਵੱਡਿਆਂ ਦੇ ਮਹਿਲ ਢਹਿ ਗਏ ਭਾਈ। ਬੋਲੋ ਸਮਾਂ, ਸਮਾਂ, ਸਮਾਂ। ਸੁਣ ਰਹੇ ਹੋ ਤੁਸੀਂ? ਸਮਾਂ। ਪ੍ਰੇਜ਼ ਦ ਲਾਰਡ। ਤਾਂ ਮੁਰਦਕਾ ਨੇ ਕੀ ਕੀਤਾ? ਅਸਤੇਰ ਦੀ ਅੱਖਾਂ ਖੋਲੀਆਂ। ਤੂੰ ਮਨ ਹੀ ਮਨ ਇਹ ਨਾ ਸੋਚੀ ਕਿ ਤੂੰ ਬਚ ਜਾਊਂਗੀ। ਅਸਤੇਰ ਨੂੰ ਬੁੱਧੀ ਆ ਗਈ। ਉਹਨੇ ਕਿਹਾ ਹਾਂ, ਮੈਂ ਆਪਣੀ ਜਾਨ ਨੂੰ ਦਾਅ 'ਤੇ ਲਗਾਊਂਗੀ ਔਰ ਮੈਂ ਉਹ ਕਰੂੰਗੀ ਜੋ ਮੈਨੂੰ ਕਰਨ ਵਾਸਤੇ ਕਿਹਾ ਗਿਆ। ਬਾਈਬਲ ਦੱਸਦੀ ਜਦੋਂ ਪ੍ਰਾਰਥਨਾ ਹੋਈ ਤਾਂ ਅਸਤੇਰ ਰਾਜਾ ਦੇ ਸਾਹਮਣੇ ਗਈ। 5ਵਾਂ ਅਧਿਆਇ ਪਹਿਲਾ ਵਚਨ। ਤੀਜੇ ਦਿਨ ਅਸਤੇਰ ਆਪਣੇ ਰਾਜਕੀय ਵਸਤਰ ਪਾ ਕੇ ਰਾਜ ਭਵਨ ਦੇ ਭੀਤਰੀ ਆਂਗਨ ਵਿੱਚ ਜਾ ਕੇ ਰਾਜ ਭਵਨ ਦੇ ਸਾਹਮਣੇ ਖੜੀ ਹੋ ਗਈ। ਇਹ ਮੌਤ ਦੀ ਸਜ਼ਾ ਸੀ, ਕਿਉਂਕਿ ਨਿਯਮ ਕੀ ਸੀ? ਬਿਨਾਂ ਬੁਲਾਏ ਨਹੀਂ ਜਾ ਸਕਦੇ।
ਰਾਜਾ ਰਾਜ ਭਵਨ ਵਿੱਚ, ਰਾਜ ਗੱਦੀ ਵਿੱਚ, ਭਵਨ ਦੇ ਦੀਵਾਰ ਦੇ ਸਾਹਮਣੇ ਵਿਰਾਜਮਾਨ ਸੀ। ਔਰ ਜਦੋਂ ਰਾਜਾ ਨੇ ਅਸਤੇਰ ਨੂੰ, ਰਾਣੀ ਨੂੰ ਆਂਗਨ ਵਿੱਚ ਖੜੀ ਦੇਖਿਆ, ਉਹ ਬੋਏ, ਮੈਂ ਜਦੋਂ ਮਿਲੂੰਗਾ ਤੇ ਪੁੱਛੂੰਗਾ ਉਦੋਂ ਕੀ ਨਿਯਮ ਸੀ ਉਸ ਸਮੇਂ, ਕਿ ਸੈਨਿਕਾਂ ਨੂੰ ਕਿੰਨੇ ਸੈਕਿੰਡ ਦਾ ਸਮਾਂ ਦਿੱਤਾ ਗਿਆ ਸੀਗਾ। ਅਗਰ ਇੰਨੇ ਸੈਕਿੰਡ ਵਿੱਚ ਰਾਜਾ ਆਪਣਾ ਰਾਜਦੰਡ ਨਾ ਵਧਾਏ ਤਾਂ ਸਾਹਮਣੇ ਵਾਲੇ ਦੀ ਗਰਦਨ ਕੱਟ ਦਿੱਤੀ ਜਾਵੇ। ਮੈਨੂੰ ਨਹੀਂ ਪਤਾ, ਪਰ ਮੈਨੂੰ ਇਹ ਪਤਾ ਉੱਥੇ ਇੱਕ ਸਮਾਂ ਦਿੱਤਾ ਗਿਆ ਸੀ ਕਿ ਅਗਰ ਇੰਨੀ ਦੇਰ ਤੱਕ ਇਨਸਾਨ ਹੱਥ ਉੱਪਰ ਨਾ ਕਰੇ ਤਾਂ ਗੋਲੀ ਚਲਾ ਦਿਓ। ਉਹਨਾਂ ਦੇ ਕੋਲ ਵੀ ਨਿਯਮ ਹੋਣਗੇ ਕਿ ਅਗਰ ਕੋਈ ਬਿਨਾਂ ਬੁਲਾਏ ਸਾਹਮਣੇ ਆ ਜਾਏ, ਇੰਨੇ ਸੈਕਿੰਡ ਵਿੱਚ ਅਗਰ ਰਾਜਾ ਕੁਛ ਨਾ ਕਰੇ ਤਾਂ ਤੁਸੀਂ ਕਰ ਦੇਣਾ। ਕਿਹਨੂੰ ਸਮਝ ਆ ਰਿਹਾ ਮੈਂ ਕੀ ਕਰਿਆ? ਮੈਨੂੰ ਨਹੀਂ ਪਤਾ ਕਿੰਨਾ ਸਮਾਂ ਸੀ, ਮੈਂ ਇੰਨਾ ਸਮਾਂ ਪੜ੍ਹਿਆ ਨਹੀਂ ਆ, ਪੜ੍ਹੂੰਗਾ ਤਾਂ ਸ਼ਾਇਦ ਤੁਹਾਨੂੰ ਦੱਸੂੰਗਾ। ਪਰ ਇੱਥੇ ਮੈਨੂੰ ਸਮਝ ਆ ਰਿਹਾ ਕਿ ਉਹ ਇੱਕ ਲੜਕੀ ਆਪਣੀ ਜਾਨ ਨੂੰ ਦਾਅ 'ਤੇ ਲਗਾ ਕੇ ਖੜੀ ਸੀ। ਪ੍ਰੇਜ਼ ਦ ਲਾਰਡ। ਕਿਉਂਕਿ ਉਹਨੂੰ ਕੀ ਆ ਗਈ ਸੀਗੀ ਸਮਝ। ਕਿਹਨੇ ਕਿਹਾ? ਕਿਸੇ ਨੇ ਕਿਹਾ ਅਗਰ ਤੁਸੀਂ ਕਿਸੇ ਚੀਜ਼ ਵਾਸਤੇ ਮਰ ਨਹੀਂ ਸਕਦੇ ਤਾਂ ਤੁਸੀਂ ਕਿਸੇ ਚੀਜ਼ ਵਾਸਤੇ ਜ਼ਿੰਦਾ ਵੀ ਨਹੀਂ ਰਹਿ ਸਕਦੇ। ਅਗਰ ਤੁਹਾਡੇ ਜੀਵਨ 'ਚ ਇੱਕ ਇੱਦਾਂ ਦੀ ਚੀਜ਼ ਹੈ ਜਿਸ ਵਾਸਤੇ ਤੁਸੀਂ ਮਰ ਨਹੀਂ ਸਕਦੇ, ਤੁਸੀਂ ਆਲਰੇਡੀ ਮਰੇ ਹੋਏ ਹੋ। ਤੁਹਾਡੀ ਜ਼ਿੰਦਗੀ ਵਿੱਚ ਕੁਝ ਚੀਜ਼ਾਂ ਹੋਣ ਵਾਸਤੇ ਹੋਣੀ ਚਾਹੀਦੀਆਂ ਵਾ ਜਿਹਦੇ ਵਾਸਤੇ ਤੁਸੀਂ ਮਰਨ ਨੂੰ ਤਿਆਰ ਹੋ। ਬੋਲੋ ਮੈਂ 100 ਰੁਪਏ ਵਾਸਤੇ ਮਾਰਨ ਵਾਸਤੇ ਤਿਆਰ ਹਾਂ। ਫਿਰ ਮੈਂ ਕਹਿ ਸਕਦਾ 100 ਰੁਪਏ ਵਾਸਤੇ ਜਿੰਦਾ ਵਾ। 100 ਰੁਪਏ ਵਾਸਤੇ ਜਿੰਦਾ ਵਾ। ਕਿਹਦੇ ਵਾਸਤੇ ਜਿੰਦਾ ਵਾ? ਕਿਉਂਕਿ ਇਹਦੇ ਵਾਸਤੇ ਮਰਨ ਵਾਸਤੇ ਤਿਆਰ। ਪੈਸੇ ਵਾਸਤੇ ਮੈਂ ਮਾਰ ਦੂੰਗਾ, ਯਾਨੀ ਕਿ ਤੁਸੀਂ ਪੈਸੇ ਵਾਸਤੇ ਜਿੰਦਾ ਵਾ। ਜਿਸ ਚੀਜ਼ ਵਾਸਤੇ ਤੁਸੀਂ ਮਰ ਸਕਦੇ ਹੋ ਉਸ ਚੀਜ਼ ਵਾਸਤੇ ਤੁਸੀਂ ਜੀਂਦੇ ਹੋ। ਪ੍ਰੇਜ਼ ਦ ਲਾਰਡ। ਇੱਥੇ ਅਸਤੇਰ ਯਹੂਦੀਆਂ ਨੂੰ ਬਚਾਉਣ ਵਾਸਤੇ ਮਰਨ ਵਾਸਤੇ ਤਿਆਰ ਹੋ ਗਈ। ਇਹਦਾ ਮਤਲਬ ਹੈ ਉਹ ਯਹੂਦੀਆਂ ਨੂੰ ਬਚਾਉਣ ਵਾਸਤੇ ਕੀ ਸੀਗੀ? ਜ਼ਿੰਦਾ ਸੀ। ਇਹ ਉਹਦੀ ਬੁਲਾਹਟ ਸੀ। ਔਰ ਅਸਤੇਰ ਬੁੱਧੀਮਾਨ ਸੀ। ਜਦੋਂ ਰਾਜਾ ਨੇ ਅਸਤੇਰ ਰਾਣੀ ਨੂੰ ਦੇਖਿਆ ਤਾਂ ਉਹਨੇ ਪ੍ਰਸੰਨ ਹੋ ਕੇ ਰਾਜ ਦੰਡ ਜੋ ਉਹਦੇ ਹੱਥ ਵਿੱਚ ਸੀਗਾ ਉਹਦੇ ਵੱਲ ਕੀਤਾ ਤਾਂ ਅਸਤੇਰ ਨੇ ਨਿਕਲ ਜਾ ਕੇ ਰਾਜਦੰਡ ਦੀ ਨੋਕ ਛੂਈ। ਪ੍ਰੇਜ਼ ਦ ਲਾਰਡ। ਔਰ ਇਹ ਸਾਡਾ ਸਮੇਂ ਆ। ਉਹ ਲੋਕ ਜੋ ਸਾਡੇ ਖਿਲਾਫ ਸੀ, ਜਦੋਂ ਅਸੀਂ ਦਿਖਾਈ ਦੇਵਾਂਗੇ ਤਾਂ ਉਹ ਸਾਡੇ ਨਾਲ ਹੋ ਜਾਣਗੇ। ਹਾਲੇਲੂਇਆ। ਇਹਦੇ ਵਿੱਚ ਡਰਨ ਦੀ ਜ਼ਰੂਰਤ ਨਹੀਂ ਹੈ, ਪਰ ਸਾਨੂੰ ਪਤਾ ਹੋਣਾ ਚਾਹੀਦਾ ਸਾਡਾ ਸਮਾਂ ਕੀ। ਇਹ ਸਾਡਾ ਸਮਾਂ ਸਾਨੂੰ ਵੱਡੇ ਕੰਮਾਂ ਨੂੰ ਕਰਨ ਦਾ। ਸਾਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਔਰ ਇਹੀ ਸੋਚ ਹੈ ਜੋ ਤੁਹਾਡੇ ਅੰਦਰ ਹੋਣੀ ਚਾਹੀਦੀ ਹੈ ਕਿ ਮੈਂ ਇੱਥੇ ਹਾਂ। ਅਸਤੇਰ ਸੀ ਯਹੂਦੀਆਂ ਨੂੰ ਬਚਾਉਣ ਵਾਸਤੇ। ਮੈਂ ਔਰ ਤੁਸੀਂ ਆ ਪੂਰੀ ਦੁਨੀਆ ਨੂੰ ਬਚਾਉਣ ਵਾਸਤੇ। ਪ੍ਰੇਜ਼ ਦ ਲਾਰਡ। ਔਰ ਕੀ ਪਤਾ ਇੱਦਾਂ ਹੀ ਸਮੇਂ 'ਤੇ ਤੁਸੀਂ ਜਨਮ ਲਿਆ। ਤੁਹਾਨੂੰ ਆਪਣੀ ਬੁਲਾਹਟ ਨੂੰ ਜਾਣਨਾ ਬਹੁਤ ਜ਼ਰੂਰੀ ਆ। ਤੁਹਾਨੂੰ ਆਪਣੀ ਬੁਲਾਹਟ ਨੂੰ ਜਾਗਣ ਵਾਸਤੇ ਬਹੁਤ ਜ਼ਰੂਰੀ ਆ। ਇਹ ਸਮਾਂ ਵੱਡੇ ਕੰਮਾਂ ਨੂੰ ਕਰਨ ਦਾ। ਪੜੋਸੀ ਨੂੰ ਬੋਲੋ, ਇਹ ਸਮਾਂ ਵੱਡੇ ਕੰਮਾਂ ਨੂੰ ਕਰਨ ਦਾ। ਇਹ ਸਮਾਂ ਵੱਡੇ ਕੰਮਾਂ ਨੂੰ ਕਰਨ ਦਾ। ਇਹ ਸਮਾਂ ਉਹ ਨਹੀਂ ਆ ਕਿ ਉਹ ਮੈਂ ਆਪਣਾ ਕੈਰੀਅਰ ਬਣਾ ਰਿਹਾ, ਮੈਂ ਆਪਣਾ ਘਰ ਬਣਾ ਰਿਹਾ। ਨਹੀਂ। ਇਹ ਸਮਾਂ ਵਾ ਵੱਡੇ ਕੰਮਾਂ ਨੂੰ ਕਰਨ ਦਾ। ਤੁਹਾਨੂੰ ਸਮਝਣਾ ਪਵੇਗਾ ਕਿਸ ਚੀਜ਼ ਦਾ ਸਮਾਂ। ਬਹੁਤਿਆਂ ਨੂੰ ਨਹੀਂ ਪਤਾ ਕਿਹੜਾ ਸਮਾਂ ਚੱਲ ਰਿਹਾ। ਉਹਨਾਂ ਨੂੰ ਲੱਗ ਰਿਹਾ ਇਸ ਸਮੇਂ ਨੂੰ ਕਿ ਆਪਾਂ ਮੈਕਡੀ ਵਿੱਚ ਜਾ ਕੇ ਪੂਰਾ ਪਰਿਵਾਰ ਖਾ ਸਕੀਏ। ਤੁਹਾਨੂੰ ਪਤਾ ਮੈਕਡੀ ਵਿੱਚ ਕੀ ਸਰਵ ਕਰਦੇ ਆ? ਪ੍ਰੇਜ਼ ਦ ਲਾਰਡ। ਪਰ ਤੁਹਾਨੂੰ ਕੀ ਹੋਣੀ ਚਾਹੀਦੀ ਹੈ? ਸਮਝ। ਮੇਰੇ ਕੋਲ ਸਮੇਂ ਦੀ ਸਮਝ ਹੈ। ਮੇਰੇ ਕੋਲ ਸਮੇਂ ਦੀ ਸਮਝ ਹੈ। ਇਹ ਸਮਾਂ ਵੱਡੇ ਕੰਮਾਂ ਨੂੰ ਕਰਨ ਦਾ। ਇਹ ਸਮਾਂ ਬਰਗਰ ਖਾਣ ਦਾ ਨਹੀਂ ਹੈ। ਤੇ ਤੁਹਾਨੂੰ ਸਮਝਦਾਰ ਹੋਣਾ ਵਾ। ਇਹ ਸਮਾਂ ਕੀ ਆ? ਵੱਡੇ ਕੰਮਾਂ ਨੂੰ ਕਰਨ ਦਾ। ਪੜੋਸੀ ਨੂੰ ਬੋਲੋ, ਇਹ ਸਮਾਂ ਵੱਡੇ ਕੰਮਾਂ ਨੂੰ ਕਰਨ ਦਾ। ਇਹ ਸਮਾਂ ਵੱਡੇ ਕੰਮਾਂ ਨੂੰ ਕਰਨ ਦਾ। ਤੁਸੀਂ ਬੇਵਕੂਫ ਨਾ ਬਣੋ ਕਿ ਮੈਂ ਵੱਡੇ ਕੰਮ ਨਹੀਂ ਕਰ ਸਕਦਾ, ਕੋਈ ਮੈਨੂੰ ਬਚਾ ਲੇਗਾ। ਕੋਈ ਨਹੀਂ ਬਚਾਏਗਾ ਭਾਈ। ਤੁਹਾਨੂੰ ਆਪਣੇ ਆਪ ਨੂੰ ਵੀ ਬਚਾਉਣਾ ਵਾ, ਦੂਜਿਆਂ ਨੂੰ ਵੀ ਬਚਾਉਣਾ ਵਾ। ਉਹਨੇ ਅਸਤੇਰ ਨੂੰ ਕੀ ਕਿਹਾ? ਤੂੰ ਮਨ ਹੀ ਮਨ ਇਹ ਨਾ ਸੋਚ ਕਿ ਤੂੰ ਬਚ ਜਾਊਂਗੀ। ਬਹੁਤਾ ਲੱਗਦਾ ਅਸੀਂ ਕਾਹਤੋਂ ਪ੍ਰਾਰਥਨਾ ਕਰੀਏ? ਸਾਡੇ ਕੋਲ ਟਾਈਮ ਹੈ ਸਵੇਰ ਤੋਂ ਸ਼ਾਮ ਤੋਂ ਲੈ ਕੇ ਨੌਕਰੀ ਕਰਕੇ ਇੱਕ ਪੈਸੇ ਕਮਾਉਣ ਦਾ। ਓਕੇ, ਜਿੱਦਣ ਮਰੂਗੇ ਪਤਾ ਲੱਗੂਗਾ ਭਾਈ। ਉਦੋਂ ਪਤਾ ਲੱਗੇਗਾ ਕੋਈ ਬਚਾਉਣ ਵਾਲਾ ਨਹੀਂ ਹੈ। ਕਿਉਂਕਿ ਤੁਹਾਡੀ ਪ੍ਰਾਰਥਨਾ ਦੇ ਸਮੇਂ ਤੁਸੀਂ ਪ੍ਰਾਰਥਨਾ ਕੀਤੀ ਨਹੀਂ। ਵਚਨਾਂ ਦੇ ਸਮੇਂ ਤੁਸੀਂ ਵਚਨ ਪੜ੍ਹਿਆ ਨਹੀਂ। ਤੁਹਾਨੂੰ ਬੁੱਧੀ ਨਹੀਂ ਸੀ। ਤੁਹਾਨੂੰ ਨਹੀਂ ਪਤਾ ਸੀਗਾ ਕਿਸ ਸਮੇਂ ਕੀ ਕਰਨਾ ਹੈ। ਤੁਹਾਨੂੰ ਪਤਾ ਸਭ ਵਧੀਆ ਸੀਗਾ। ਤੁਹਾਨੂੰ ਪਤਾ ਹੀ ਨਹੀਂ ਸੀ। ਪੈਰਾਂ ਦੇ ਨੀਚੇ ਜ਼ਮੀਨ ਖਿੱਚ ਕੇ ਉਹ ਤੁਹਾਡੇ ਵਾਸਤੇ ਕੀ ਸਭ ਚੰਗਾ ਸੀ। ਕੁਛ ਲੋਕ ਇੱਦਾਂ ਦੇ ਆ ਜੋ ਸਭ ਕੁਛ ਬਰਬਾਦ ਹੁੰਦੇ ਪਤਾ ਉਦੋਂ ਲੱਗਦਾ ਸਭ ਬਰਬਾਦ ਹੋ ਗਿਆ। ਸਭ ਬਰਬਾਦ ਹੋ ਗਿਆ। ਪ੍ਰੇਜ਼ ਦ ਲਾਰਡ। ਪੜੋਸੀ ਨੂੰ ਬੋਲੋ, ਮਨ ਵਿੱਚ ਨਾ ਸੋਚੋ। ਪੜੋਸੀ ਨੂੰ ਬੋਲੋ, ਮਨ ਵਿੱਚ ਨਾ ਸੋਚੋ। ਇਹ ਸਹੀ ਹੈ ਨਾ? ਬਹੁਤ ਸਾਰੇ ਲੋਕ ਮਨ ਵਿੱਚ ਸੋਚਦੇ ਆ ਓਏ ਆਪਣਾ ਨਹੀਂ ਕੁਛ ਹੋਣ ਵਾਲਾ। ਓਕੇ, ਅਸਤੇਰ ਨੂੰ ਵੀ ਇਹੀ ਲੱਗ ਰਿਹਾ ਸੀਗਾ, ਮੈਂ ਤਾਂ ਰਾਜ ਮਹਿਲ 'ਚ ਬੈਠੀ ਹਾਂ, ਮੈਂ ਤਾਂ ਰਾਣੀ ਹਾਂ। ਹੋਰ ਤੈਨੂੰ ਕਿਹਾ ਬੇਟਾ ਧਰਤੀ 'ਤੇ ਆ ਜਾ।
ਨਾ ਸੋਚ ਕਿ ਤੂੰ ਬਚੇਂਗੀ, ਤੂੰ ਉੱਥੇ ਬੈਠ ਕੇ ਮਰੇਂਗੀ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਔਰ ਅਸਤੇਰ ਨੇ ਕੀ ਸ਼ੁਰੂ ਕੀਤੀ? ਪ੍ਰਾਰਥਨਾ। ਉਹਨੇ ਆਪਣੀ ਜਾਨ ਦਾਅ ਤੇ ਲਗਾਈ। ਉਹਨੂੰ ਸਮਝ 'ਚ ਆ ਗਿਆ ਜਾਨ ਤੇ ਪਹਿਲੇ ਹੀ ਦਾਅ ਤੇ ਲੱਗੀ ਵੀ ਹੈ। ਉਹਨੂੰ ਸਮਝ ਆ ਗਿਆ ਜਾਨ ਤੇ ਪਹਿਲੇ ਹੀ ਦਾਅ ਤੇ ਲੱਗੀ ਵੀ ਹੈ। ਜਾਨ ਆਲਰੇਡੀ ਦਾਅ ਤੇ ਲੱਗੀ ਹੋਈ ਆ। ਅਗਰ ਇਹ ਵਾਲਾ ਕਰਮ ਕਰਕੇ ਬਚਣ ਦੇ ਚਾਂਸ ਹੈ ਤਾਂ ਇੱਥੇ ਖੜੀ ਰਹੀ ਤਾਂ ਮਰਨ ਦੇ 100% ਚਾਂਸ ਹੈ। ਤੁਹਾਨੂੰ ਸਮਝ ਵਿੱਚ ਜਾਣਾ ਚਾਹੀਦਾ। ਅਗਰ ਤੁਸੀਂ ਕੁਛ ਨਹੀਂ ਕਰੋਗੇ ਤਾਂ ਪੱਕਾ ਮਰੋਗੇ, ਤਾਂ ਬੈਟਰ ਹੈ ਕੁਛ ਕਰ ਲਓ, ਕਿਉਂਕਿ ਮਰੇ ਤਾਂ ਪਹਿਲਾਂ ਹੀ। ਮੈਂ ਦੱਸ ਰਿਹਾ ਵਾ, ਬਹੁਤਿਆਂ ਨੂੰ ਨਹੀਂ ਸਮਝ। ਪ੍ਰੇਜ਼ ਦ ਲਾਰਡ। ਕਿਉਂਕਿ ਨਹੀਂ ਹੈ, ਅਸੀਂ ਆਪਣੇ ਘਰ ਦਾ ਕਰਜ਼ਾ ਉਤਾਰਨ 'ਚ ਬਿਜ਼ੀ ਹਾਂ, ਅਸੀਂ ਆਪਣੇ ਭੈਣ ਦੀ ਸ਼ਾਦੀ ਕਰਨ ਵਿੱਚ ਬਿਜ਼ੀ ਹਾਂ। ਤੁਹਾਨੂੰ ਪਤਾ ਕੀ ਹੋ ਰਿਹਾ? ਤੁਹਾਨੂੰ ਪਤਾ ਕੀ ਹੋ ਰਿਹਾ? ਔਰ ਤੁਸੀਂ ਪ੍ਰਾਰਥਨਾ ਨਹੀਂ ਕਰਨਾ ਚਾਹੁੰਦੇ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਤੁਸੀਂ ਵੱਡੇ ਕੰਮ ਕਰਨਾ ਨਹੀਂ ਚਾਹੁੰਦੇ। ਹਾਲੇਲੂਇਆ। ਬੜਾ ਇਹ ਸਮਾਂ ਹੈ ਵੱਡੇ ਕੰਮਾਂ ਨੂੰ ਕਰਨ ਦਾ। ਖੁਸ਼ ਹੋ ਕੇ ਬੋਲੋ, ਇਹ ਸਮਾਂ ਹੈ ਵੱਡੇ ਕੰਮਾਂ ਨੂੰ ਕਰਨ ਦਾ। ਇਹ ਸਮਾਂ ਹੈ ਵੱਡੇ ਕੰਮਾਂ ਨੂੰ ਕਰਨ ਦਾ। ਯਹੋਨਾ 14ਵਾਂ ਅਧਿਆਇ 12ਵਾਂ ਵਚਨ। ਹੁਣ ਸਮਝ ਆ ਗਿਆ ਕਿਹੜੇ ਵੱਡੇ ਕੰਮ ਕਰਨੇ ਆ ਪਰਮੇਸ਼ਰ ਵਾਸਤੇ। ਪ੍ਰੇਜ਼ ਦ ਲਾਰਡ। ਇੱਥੇ ਯਿਸੂ ਮਸੀਹ ਨੇ ਕਿਹਾ, ਮੈਂ ਤੈਨੂੰ ਸੱਚ-ਸੱਚ ਕਹਿਣਾ, ਦਿਸ ਇਜ਼ ਬਿਊਟੀਫੁਲ, ਐਕਸਟਰਾਆਰਡੀਨਰੀ। ਉਹਨੇ ਕਿਹਾ, ਮੈਂ ਤੁਹਾਨੂੰ ਸੱਚ-ਸੱਚ ਕਹਿਣਾ, ਜੋ ਮੇਰੇ ਉੱਪਰ ਵਿਸ਼ਵਾਸ ਕਰੇਗਾ, ਓ ਲਾਰਡ, ਓ ਲਾਰਡ, ਮੈਂ ਤੈਨੂੰ ਸੱਚ-ਸੱਚ ਕਹਿਣਾ, ਜੋ ਮੁਝ ਪਰ ਵਿਸ਼ਵਾਸ ਕਰੇਗਾ, ਇਹ ਕੰਮ ਜੋ ਮੈਂ ਕਰਦਾ ਵਾ ਉਹ ਵੀ ਕਰੇਗਾ, ਵਰਨ ਇਸ ਤੋਂ ਵੀ ਵੱਡੇ ਵੱਡੇ ਕੰਮ ਕਰੇਗਾ, ਕਿਉਂਕਿ ਮੈਂ ਪਿਤਾ ਦੇ ਕੋਲ ਜਾਣਾ। ਹਾਲੇਲੂਇਆ। ਇਹ ਦੱਸ ਕੇ ਗਿਆ ਯਿਸੂ ਮਸੀਹ ਤੁਹਾਡੇ ਵਿਸ਼ੇ ਵਿੱਚ। ਔਰ ਕਿਉਂ ਯਿਸੂ ਮਸੀਹ ਨੇ ਸਾਰੀਆਂ ਚੀਜ਼ਾਂ ਇੱਕ ਸਾਥ ਕੀਤੀਆਂ? ਅਗਰ ਤੁਸੀਂ ਬਾਈਬਲ ਨੂੰ ਨਹੀਂ ਪਤਾ, ਸ਼ਾਇਦ ਸਮਝ ਨਹੀਂ ਆਏਗਾ। ਮੈਂ ਤੁਹਾਨੂੰ ਸੱਚ-ਸੱਚ ਕਹਿਣਾ, ਜੋ ਮੇਰੇ ਉੱਪਰ ਵਿਸ਼ਵਾਸ ਕਰਦਾ, ਇਹ ਕੰਮ ਜੋ ਮੈਂ ਕਰਦਾ ਵਾ ਉਹ ਵੀ ਕਰੇਗਾ। ਉਹਨੇ ਭਵਿੱਖਕਾਲ ਦੀ ਗੱਲ ਕੀਤੀ ਆ। ਕਿਉਂ ਉਹਨੇ ਭਵਿੱਖਕਾਲ ਦੀ ਗੱਲ ਕੀਤੀ ਆ? ਉਹਨੇ ਕਿਹਾ, ਕਿਉਂਕਿ ਮੈਂ ਪਿਤਾ ਦੇ ਕੋਲ ਜਾਣਾ। ਪਿਤਾ ਦੇ ਕੋਲ ਜਾ ਕੇ ਕੀ ਹੋਣ ਵਾਲਾ? ਔਰ ਕਿਉਂ ਉਹਨੇ ਕਿਹਾ ਕਿ ਭਵਿੱਖ ਕਾਲ ਦੇ ਵਿੱਚ ਵੱਡੇ ਵੱਡੇ ਕੰਮ ਕਰੇਗਾ? ਉਹਨੇ ਨਹੀਂ ਕਿਹਾ ਕਿ ਤੁਸੀਂ ਹੁਣ ਵੱਡੇ ਵੱਡੇ ਕੰਮ ਕਰੋਗੇ ਜੋ ਮੈਂ ਹੁਣ ਕਰ ਰਿਹਾ। ਕਿਉਂ ਉਹਨੇ ਭਵਿੱਖ ਦੀ ਗੱਲ ਕੀਤੀ? ਔਰ ਕਿਉਂ ਉਹਨੇ ਕਿਹਾ, ਕਿਉਂਕਿ ਮੈਂ ਪਿਤਾ ਦੇ ਕੋਲ ਜਾਣਾ? ਇਹਨਾਂ ਚੀਜ਼ਾਂ ਦਾ ਕਨੈਕਸ਼ਨ ਕੀ ਆ? ਇਹਨਾਂ ਚੀਜ਼ਾਂ ਦਾ ਕਨੈਕਸ਼ਨ ਇਹ ਆ, ਪਰਮੇਸ਼ਵਰ ਦਾ ਮਾਨਵ ਜਾਤੀ ਦੇ ਨਾਲ ਸਭ ਤੋਂ ਵੱਡਾ ਉਦੇਸ਼ ਔਰ ਸਭ ਤੋਂ ਵੱਡਾ ਸੁਪਨਾ। ਜਦੋਂ ਪਰਮੇਸ਼ਵਰ ਨੇ ਮਨੁੱਖ ਨੂੰ ਬਣਾਇਆ ਤਾਂ ਪਰਮੇਸ਼ਵਰ ਦਾ ਜੋ ਸਭ ਤੋਂ ਵੱਡਾ ਸੁਪਨਾ ਸੀ, ਜੋ ਸਭ ਤੋਂ ਵੱਡੀ ਯੋਜਨਾ ਸੀ ਮਨੁੱਖ ਵਾਸਤੇ, ਕਿ ਮਨੁੱਖ ਪਰਮੇਸ਼ਰ ਵਿੱਚ ਰਵੇ ਔਰ ਪਰਮੇਸ਼ਰ ਮਨੁੱਖ ਵਿੱਚ ਰਵੇ। ਸਭ ਤੋਂ ਵੱਡਾ ਸੁਪਨਾ ਕਿ ਮਨੁੱਖ ਪਰਮੇਸ਼ਰ ਵਿੱਚ ਰਵੇ ਔਰ ਪਰਮੇਸ਼ਰ ਮਨੁੱਖ ਵਿੱਚ ਰਵੇ। ਔਰ ਇਹੀ ਕਾਰਨ ਹੈ ਕਿ ਯਿਸੂ ਮਸੀਹ ਨੇ ਕਿਹਾ, ਭਵਿੱਖ ਦੀ ਗੱਲ ਕੀਤੀ, ਕਿਉਂਕਿ ਮੈਂ ਪਿਤਾ ਦੇ ਕੋਲ ਜਾਣਾ। ਉਹਨੇ ਕਿਹਾ, ਅਗਰ ਮੈਂ ਪਿਤਾ ਦੇ ਕੋਲ ਨਹੀਂ ਜਾਊਂਗਾ ਤਾਂ ਪਵਿੱਤਰ ਆਤਮਾ ਤੁਹਾਡੇ ਉੱਪਰ, ਤੁਹਾਡੇ ਅੰਦਰ ਨਹੀਂ ਆਏਗਾ। ਔਰ ਬਿਨਾਂ ਪਵਿੱਤਰ ਆਤਮਾ ਦੇ ਸਾਡਾ ਪਰਮੇਸ਼ਰ ਵਿੱਚ ਰਹਿਣਾ ਔਰ ਪਰਮੇਸ਼ਰ ਦਾ ਸਾਡੇ ਵਿੱਚ ਰਹਿਣਾ ਸੰਭਵ ਨਹੀਂ ਆ। ਹਾਲੇਲੂਇਆ। ਤਾਂ ਉਹ ਸੁਪਨਾ ਪੂਰਾ ਹੋ ਚੁੱਕਾ ਵਾ। ਤੁਹਾਨੂੰ ਪਰਮੇਸ਼ਰ ਵਿੱਚ ਰਹਿਣ ਦੀ ਜ਼ਰੂਰਤ ਹੈ। ਤੁਸੀਂ ਪਰਮੇਸ਼ਰ ਵਿੱਚ ਵਾ ਔਰ ਪਰਮੇਸ਼ਰ ਤੁਹਾਡੇ ਵਿੱਚ ਹੈ। ਹਾਲੇਲੂਇਆ। ਬੋਲੋ, ਮੈਂ ਪਰਮੇਸ਼ਰ ਦੇ ਵਿੱਚ ਹੈ ਔਰ ਪਰਮੇਸ਼ਰ ਮੇਰੇ ਅੰਦਰ ਹੈ। ਔਰ ਇਹੀ ਕਾਰਨ ਹੈ ਕਿ ਉਹਨੇ ਕਿਹਾ, ਜੋ ਮੇਰੇ ਤੇ ਵਿਸ਼ਵਾਸ ਕਰੇਗਾ, ਇਹ ਕੰਮ ਜੋ ਮੈਂ ਕਰਦਾ ਉਹ ਵੀ ਕਰੇਗਾ। ਯਾਨੀ ਕਿ ਕਿਸੇ ਨੂੰ ਵੀ ਇਹ ਕਹਿਣ ਦਾ ਅਧਿਕਾਰ ਨਹੀਂ ਆ, ਮੈਂ ਛੋਟੇ ਕੰਮ ਕਰੂੰਗਾ, ਮੇਰੇ ਤੋਂ ਵੱਡੇ ਕੰਮ ਨਹੀਂ ਹੋ ਸਕਦੇ। ਸਵਾਲ ਇਹ ਹੈ ਕਿ ਤੁਸੀਂ ਵਿਸ਼ਵਾਸ ਕਰਦੇ? ਤਾਂ ਯਿਸੂ ਮਸੀਹ ਨੇ ਕਿਹਾ, ਜੋ ਵਿਸ਼ਵਾਸ ਕਰਦਾ ਉਹ ਵੱਡੇ ਕੰਮ ਕਰੇਗਾ। ਤਾਂ ਜਦੋਂ ਕੋਈ ਕਹਿੰਦਾ, ਪਾਸਟਰ ਮੈਂ ਵੱਡੇ ਕੰਮ ਨਹੀਂ ਕਰ ਸਕਦਾ, ਜਦ ਕਿ ਤੁਸੀਂ ਵਿਸ਼ਵਾਸ ਨਹੀਂ ਕਰਦੇ। ਸਿੰਪਲ। ਯਿਸੂ ਮਸੀਹ ਨੇ ਸਾਫ਼-ਸਾਫ਼ ਕਿਹਾ, ਮੈਂ ਤੈਨੂੰ ਸੱਚ-ਸੱਚ ਕਹਿਣਾ। ਪੜੋਸੀ ਨੂੰ ਬੋਲੋ, ਯਿਸੂ ਮਸੀਹ ਤੁਹਾਨੂੰ ਸੱਚ-ਸੱਚ ਕਹਿ ਰਿਹਾ। ਬੋਲੋ, ਪਾਸਟਰ ਆਈਜ਼ਕ ਪੜ੍ਹ ਰਿਹਾ। ਤਾਂ ਇਹ ਨਾ ਸੋਚੋ ਕਿ ਪਾਸਟਰ ਆਈਜ਼ਕ ਨੇ ਕੀ ਸਿਖਾਇਆ। ਮੈਂ ਤੈਨੂੰ ਸੱਚ-ਸੱਚ ਕਹਿਣਾ। ਮੈਂ ਕੌਣ ਹੈ? ਮੈਂ ਕਿ ਯਿਸੂ ਮਸੀਹ? ਮੈਂ ਕੌਣ ਹੈ? ਯਿਸੂ ਮਸੀਹ ਕੀ ਕਰਿਆ? ਮੈਂ ਤੈਨੂੰ ਸੱਚ-ਸੱਚ ਕਹਿਣਾ ਕਿ ਜੋ ਮੇਰੇ ਤੇ ਵਿਸ਼ਵਾਸ ਕਰੇਗਾ, ਯਾਨੀ ਕਿ ਉਹ ਕੀ ਕਹਿ ਰਿਹਾ? ਮੈਂ ਤੈਨੂੰ ਸੱਚ-ਸੱਚ ਕਹਿਣਾ। ਅਗਰ ਮੰਮੀ ਕਹਿੰਦੀ ਹੈ ਨਾ, ਸੱਚ-ਸੱਚ ਦੱਸ, ਤੈਨੂੰ ਮੇਰੀ ਕਸਮ ਹੈ। ਯਿਸੂ ਮਸੀਹ ਕਹਿ ਰਿਹਾ, ਮੈਂ ਤੁਹਾਨੂੰ ਸੱਚ-ਸੱਚ ਕਹਿਣਾ, ਜੋ ਮੇਰੇ ਉੱਪਰ ਵਿਸ਼ਵਾਸ ਕਰੇਗਾ, ਇਹ ਕੰਮ ਜੋ ਮੈਂ ਕਰਦਾ ਵਾ ਉਹ ਵੀ ਕਰੇਗਾ, ਵਰਨ ਇਸ ਤੋਂ ਵੀ ਵੱਡੇ ਵੱਡੇ ਕੰਮ ਕਰੇਗਾ। ਤਾਂ ਤੁਹਾਨੂੰ ਕਿੱਦਾਂ ਪਤਾ ਲੱਗੇਗਾ ਤੁਸੀਂ ਯਿਸੂ ਮਸੀਹ ਤੇ ਵਿਸ਼ਵਾਸ ਕਰਦੇ ਹੋ? ਔਰ ਯਿਸੂ ਮਸੀਹ ਨੂੰ ਕਿੱਦਾਂ ਪਤਾ ਲੱਗੇਗਾ ਤੁਸੀਂ ਉਹ ਤੇ ਵਿਸ਼ਵਾਸ ਕਰਦੇ ਹੋ? ਜੋ ਤੁਸੀਂ ਵੱਡੇ ਕੰਮ ਕਰਨਾ ਸ਼ੁਰੂ ਕਰ ਦੋਗੇ। ਪ੍ਰੇਜ਼ ਦ ਲਾਰਡ। ਹੋਰ ਕੋਈ ਦੂਜਾ ਤਰੀਕਾ ਨਹੀਂ ਹੈ ਬਾਈਬਲ ਦੇ ਵਿੱਚ। ਅਗਰ ਤੁਸੀਂ ਜਾਣਨਾ ਕਿ ਤੁਹਾਨੂੰ ਇਹ ਸੱਚਾਈ ਸਮਝ ਵਿੱਚ ਆ ਗਈ ਆ ਕਿ ਤੁਸੀਂ ਪਰਮੇਸ਼ਰ ਵਿੱਚ ਹੋ ਔਰ ਪਰਮੇਸ਼ਰ ਤੁਹਾਡੇ ਵਿੱਚ ਵਾ, ਤੁਸੀਂ ਵੱਡੇ ਕੰਮ ਕਰਨਾ ਸ਼ੁਰੂ ਕਰੋਗੇ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਤੁਸੀਂ ਵੱਡੇ ਕੰਮ ਕਰਨਾ ਸ਼ੁਰੂ ਕਰੋਗੇ,
ਕਿਉਂਕਿ ਇਸ ਸੱਚਾਈ ਨੇ ਤੁਹਾਨੂੰ ਫੜ ਲਿਆ ਕਿ ਤੁਸੀਂ ਕਿਹਦੇ ਵਿੱਚ ਹੋ, ਪਰਮੇਸ਼ਰ ਦੇ ਵਿੱਚ ਵਾ, ਔਰ ਪਰਮੇਸ਼ਰ ਕਿਹਦੇ ਵਿੱਚ ਵਾ, ਮੇਰੇ ਅੰਦਰ ਆ। ਪ੍ਰੇਜ਼ ਦ ਲਾਰਡ। ਬੋਲੋ, ਮੈਂ ਪਰਮੇਸ਼ਰ ਦੇ ਵਿੱਚ ਹਾਂ, ਮੈਂ ਪਰਮੇਸ਼ਰ ਦੇ ਵਿੱਚ ਹਾਂ, ਮੈਂ ਪਰਮੇਸ਼ਰ ਦੇ ਵਿੱਚ ਹਾਂ, ਮੈਂ ਪਰੇਸ਼ਾਨੀ ਵਿੱਚ ਨਹੀਂ ਹਾਂ, ਮੈਂ ਪਰਮੇਸ਼ਰ ਦੇ ਵਿੱਚ ਹਾਂ। ਚਲੋ ਇੱਕ ਸਵਾਲ ਪੁੱਛਦਾ, ਚਲੋ ਕਿਸੇ ਨੂੰ ਮਾਈਕ੍ਰੋਫੋਨ ਦਿੰਦੇ ਆ। ਸੁਰੇਸ਼ ਜੀ ਨੂੰ ਦੇਵੋ। ਚਲੋ ਸਵਾਲ ਪੁੱਛਦਾ ਮੈਂ ਤੁਹਾਡੇ ਕੋਲ, ਧਿਆਨ ਨਾਲ ਸੁਣੀਓ। ਹੈ ਤੁਹਾਡੇ ਸਾਰੇ ਵਾਸਤੇ ਹੈ, ਲੇਕਿਨ ਇੱਕ ਤੋਂ ਪੁੱਛ ਰਿਹਾ ਵਾ। ਮੁੰਬਈ 'ਚ ਬਾਰਿਸ਼ ਹੋ ਰਹੀ ਹੈ, ਤੁਹਾਡੇ ਬਾਰਿਸ਼ ਹੋ ਰਹੀ ਸੀ ਤਾਂ ਬਾਰਿਸ਼ ਹੋ ਰਹੀ ਆ ਜਮਾਜਮ, ਔਰ ਤੁਸੀਂ ਘਰ ਵਿੱਚ ਬੈਠੇ ਹੋ, ਔਰ ਕਿਸੇ ਦੋਸਤ ਦਾ ਫੋਨ ਆਇਆ, ਉਹ ਸੁਰੇਸ਼ ਕਿੱਥੇ ਹੋ ਤੁਸੀਂ? ਤੁਸੀਂ ਕੀ ਜਵਾਬ ਦਿੰਦੇ ਆ? ਮੈਂ ਕੀ, ਕਿਹਨਾਂ ਨੂੰ ਸਵਾਲ ਸਮਝ ਆ ਰਿਹਾ? ਇਹ ਕਿੱਥੇ ਆ, ਕੀ ਹੋ ਰਹੀ ਆ, ਕੀ ਹੋ ਰਹੀ ਆ? ਫੋਨ ਆਇਆ ਔਰ ਇਹਨਾਂ ਨੂੰ ਪੁੱਛਿਆ ਗਿਆ ਤੁਸੀਂ ਕਿੱਥੇ ਹੋ, ਤਾਂ ਕੀ ਜਵਾਬ ਦਿੱਤਾ? ਅਸੀਂ ਕਿੰਨੇ ਲੋਕ ਇਹਦਾ ਜਵਾਬ ਦਿੰਦੇ ਆ? ਹੱਥ ਲਾਏ ਜਾਣਾ ਤੁਸੀਂ ਆਪਣੇ, ਕਿੰਨੇ ਲੋਕ ਇਹਨੇ ਜਵਾਬ ਦਿੰਦੇ ਆ? ਸਰ ਇਹਦੇ ਜਵਾਬ ਦਊਂਗਾ ਨਾ। ਅਗਰ ਬਾਰਿਸ਼ ਆ ਰਹੀ ਆ, ਤੁਸੀਂ ਕਹੋਗੇ ਤੁਸੀਂ ਘਰ ਵਿੱਚ ਆ, ਕੀ ਤੁਸੀਂ ਕੀ ਬੋਲੋਗੇ? ਮੈਂ ਘਰ ਵਿੱਚ ਆ। ਤੁਸੀਂ ਇਹ ਨਹੀਂ ਬੋਲੋਗੇ ਮੈਂ ਬਾਰਿਸ਼ ਵਿੱਚ ਆ। ਮੈਨੂੰ ਨਹੀਂ ਲੱਗਿਆ ਕਿਸੇ ਨੇ ਅਜੇ ਤੱਕ ਕਿਹਾ ਹੋਵੇ ਮੈਂ ਬਾਰਿਸ਼ ਵਿੱਚ ਆ। ਕਿਸੇ ਨੇ ਕਿਹਾ ਅਜੇ ਤੱਕ? ਮੈਨੂੰ ਨਹੀਂ ਲੱਗਦਾ ਕਿਸੇ ਨੇ ਅਜੇ ਤੱਕ ਇੰਨੀ ਬੇਵਕੂਫੀ ਦਿਖਾਈ ਆ ਕਿ ਬਾਰਿਸ਼ ਬਾਹਰ ਹੋ ਰਹੀ ਹੈ, ਤੁਸੀਂ ਘਰ ਵਿੱਚ ਹੈ। ਕਿਸੇ ਨੇ ਫੋਨ ਕਰਕੇ ਪੁੱਛਿਆ ਤੁਸੀਂ ਕਿੱਥੇ ਹੋ, ਤਾਂ ਤੁਸੀਂ ਇੱਦਾਂ ਕਹਿ ਦਿਓ ਮੈਂ ਬਾਰਿਸ਼ ਵਿੱਚ ਹਾਂ। ਇਹ ਕਿਸੇ ਨੇ ਨਹੀਂ ਬੋਲਿਆ। ਅਗਰ ਤੁਸੀਂ ਘਰ ਵਿੱਚ ਸੀ ਤਾਂ ਤੁਹਾਡਾ ਜਵਾਬ ਕੀ ਸੀ? ਮੈਂ ਘਰ ਵਿੱਚ ਹਾਂ। ਔਰ ਇਹ ਆ ਜੋ ਮੈਂ ਤੁਹਾਨੂੰ ਸਿਖਾ ਰਿਹਾ, ਤੁਸੀਂ ਪਰੇਸ਼ਾਨੀ ਵਿੱਚ ਨਹੀਂ ਆ, ਤੁਸੀਂ ਪਰਮੇਸ਼ਰ ਦੇ ਵਿੱਚ ਹੋ। ਪ੍ਰੇਜ਼ ਦ ਲਾਰਡ। ਤੁਸੀਂ ਪਰਮੇਸ਼ਰ ਦੇ ਵਿੱਚ ਹੋ। ਆਪਣੇ ਆਪ ਨੂੰ ਪਰੇਸ਼ਾਨੀ ਵਿੱਚ ਦੇਖਣਾ ਬੰਦ ਕਰੋ, ਆਪਣੇ ਆਪ ਨੂੰ ਛੋਟਾ ਦੇਖਣਾ ਬੰਦ ਕਰੋ। ਤੁਸੀਂ ਕਿਹਦੇ ਵਿੱਚ ਹੋ? ਪਰਮੇਸ਼ਰ ਦੇ ਵਿੱਚ ਹੋ। ਬਹੁਤ ਸਾਰੇ ਲੋਕ ਹਮੇਸ਼ਾ ਕਹਿੰਦੇ ਆ ਮੈਂ ਪਰੇਸ਼ਾਨੀ ਵਿੱਚ ਹਾਂ। ਕਮ ਔਨ, ਤੁਸੀਂ ਬਾਰਿਸ਼ ਵਿੱਚ ਸੀਗੇ ਕਿ ਘਰ ਵਿੱਚ ਸੀਗੇ? ਤੁਸੀਂ ਕੀ ਦੇਖ ਰਹੇ ਹੋ? ਤੁਹਾਡੀ ਸਮਝ ਕੀ ਆ? ਅਗਰ ਤੁਸੀਂ ਮੈਨੂੰ ਪੁੱਛੋ ਕਿ ਪਾਸਟ ਪਰੇਸ਼ਾਨੀ ਵਿੱਚ, ਮੈਂ ਕਹੂੰਗਾ ਨਹੀਂ, ਮੈਂ ਪਰੇਸ਼ਾਨੀ ਵਿੱਚ ਨਹੀਂ ਹਾਂ, ਮੈਂ ਪਰਮੇਸ਼ਰ ਵਿੱਚ ਹਾਂ। ਕਿਉਂਕਿ ਮੇਰਾ ਦਿਮਾਗ ਬਦਲ ਚੁੱਕਾ ਸਹੀ ਜਵਾਬ ਦੇਣ ਵਾਸਤੇ। ਮੈਂ ਗਲਤੀ ਨਾਲ ਵੀ ਕਹਿ ਸਕਦਾ ਮੈਂ ਬਾਰਿਸ਼ ਵਿੱਚ ਹਾਂ। ਮੈਨੂੰ ਪਤਾ ਵਾ ਤੁਹਾਡੇ ਵਿੱਚੋਂ ਇੱਦਾਂ ਕੋਈ ਵੀ ਨਹੀਂ ਆ ਜਿਹਨੇ ਗਲਤੀ ਨਾਲ ਕਿਹਾ ਹੋਵੇ ਕਿ ਮੈਂ ਬਾਰਿਸ਼ ਵਿੱਚ ਹਾਂ। ਆਪਣੇ ਆਪ ਨੂੰ ਪੁੱਛੋ, ਕਿਹਾ ਕਿ ਤੁਸੀਂ ਗਲਤੀ 'ਚ ਵੀ ਨਹੀਂ ਕਿਹਾ ਕਿ ਤੁਸੀਂ ਬਾਰਿਸ਼ ਵਿੱਚ ਹੈ? ਕਦੀ ਵੀ ਨਹੀਂ ਕਿਹਾ। ਗਲਤੀ ਨਾਲ ਵੀ ਇੱਦਾਂ ਕਰੋ ਕਿ ਤੁਸੀਂ ਛੋਟੇ ਹੋ, ਗਲਤੀ ਨਾਲ ਵੀ ਇੱਦਾਂ ਕਰੋ ਕਿ ਤੁਸੀਂ ਬੇਕਾਰ ਹੋ, ਗਲਤੀ ਨਾਲ ਵੀ ਤੁਸੀਂ ਇੱਦਾਂ ਕਰੋ ਮੈਂ ਛੋਟੇ ਕੰਮ ਕਰੂੰਗਾ। ਕਿਉਂਕਿ ਸੱਚਾਈ ਆ ਤੁਸੀਂ ਪਰਮੇਸ਼ਰ ਦੇ ਵਿੱਚ ਹੋ, ਔਰ ਪਰਮੇਸ਼ਰ ਤੁਹਾਡੇ ਵਿੱਚ ਹੈ। ਕਾਹਦੇ ਵਾਸਤੇ ਆ? ਤਾਂ ਕਿ ਤੁਸੀਂ ਵੱਡੇ ਕੰਮ ਕਰ ਸਕੋ। ਪ੍ਰੇਜ਼ ਦ ਲਾਰਡ। ਹਾਲੇਲੂਇਆ, ਹਾਲੇਲੂਇਆ। ਬੋਲੋ, ਮੈਂ ਪਰਮੇਸ਼ਰ ਦੇ ਵਿੱਚ ਹਾਂ, ਪਰਮੇਸ਼ਰ ਮੇਰੇ ਅੰਦਰ ਹੈ, ਔਰ ਮੈਂ ਵੱਡੇ ਕੰਮ ਕਰਨ ਵਾਸਤੇ ਹਾਂ। ਮੈਂ ਪਰਮੇਸ਼ਰ ਦੇ ਵਿੱਚ ਹਾਂ, ਪਰਮੇਸ਼ਰ ਮੇਰੇ ਵਿੱਚ ਹੈ। ਇਹ ਦਿਨ ਹੈ ਵੱਡੇ ਕੰਮਾਂ ਨੂੰ ਕਰਨ ਦੇ। ਇਹ ਦਿਨ ਹੈ ਇੰਪੋਸੀਬਲ ਨੂੰ ਪੋਸੀਬਲ ਕਰਨ ਵਾਸਤੇ। ਇਹ ਦਿਨ ਵਾ ਅਸੰਭਵ ਨੂੰ ਸੰਭਵ ਬਣਾਉਣ ਵਾਸਤੇ, ਅਕਲਪਨਾ ਨੂੰ ਕਲਪਨਾ ਵਿੱਚ ਲਿਆਉਣ ਵਾਸਤੇ। ਇਹ ਉਹ ਦਿਨ ਵਾ ਜੋ ਤੁਸੀਂ ਲਾਲ ਸਮੁੰਦਰ ਨੂੰ ਫਾੜ ਕੇ ਦੋ ਭਾਗ ਕਰ ਦਿੰਦੇ ਹੋ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਇਹ ਉਹ ਸਮਾਂ ਵਾ ਜਦੋਂ ਪੁਰਾਣੀਆਂ ਚੀਜ਼ਾਂ ਜੋ ਫਿਕਸ਼ਨ ਸੀ, ਉੜਨ ਵਾਲੀ ਕਾਰ, ਅੱਜ ਉਸ ਸਮੇਂ ਵਿੱਚ ਆ ਜਦੋਂ ਕਾਰਾਂ ਉੱਡ ਰਹੀਆਂ ਵਾ, ਨਹੀਂ ਉੱਡ ਰਹੀ। ਜੋ ਪਹਿਲਾਂ ਜੋ ਰੋਬੋਟ ਸੀ, ਅੱਜ ਕੀ ਹੋ ਗਏ? ਅਸਲੀ ਦੇ ਰੋਬੋਟ ਟੇਬਲ ਟੈਨਿਸ ਖੇਲ ਰਹੇ ਆ, ਲੌਨ ਟੈਨਿਸ ਖੇਲ ਰਹੇ ਆ। ਇੱਥੇ ਤੱਕ ਕਿ ਰੋਬੋਟ ਆਤਮ ਹੱਤਿਆ ਵੀ ਕਰ ਰਹੇ ਆ। ਤੁਹਾਨੂੰ ਲੱਗ ਰਿਹਾ ਰੋਬੋਟ ਮਸ਼ੀਨ ਹੁੰਦੀ ਆ? ਰੋਬੋਟ ਇਨਸਾਨਾਂ ਵਰਗੇ ਹੋ ਗਏ ਆ। ਤੁਹਾਡੇ ਵਾਸਤੇ ਵੀ ਇਹ ਸੱਚਾਈ ਹੋ ਚੁੱਕੀ ਆ। ਤੁਸੀਂ ਉਸ ਭਵਿੱਖ ਵਿੱਚ ਆ ਗਏ ਹੋ ਜੋ ਯਿਸੂ ਮਸੀਹ ਨੇ ਕਿਹਾ ਸੀਗਾ, ਜੋ ਮੇਰੇ ਅੰਦਰ ਵਿਸ਼ਵਾਸ ਕਰੇਗਾ ਇਹ ਕੰਮ ਜੋ ਮੈਂ ਕਰਦਾ ਵਾ ਉਹ ਵੀ ਕਰੇਗਾ, ਪਰ ਇਸ ਤੋਂ ਵੱਡੇ ਕੰਮ ਕਰੇਗਾ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਤੁਸੀਂ ਉਸ ਸਮੇਂ ਵਿੱਚ ਆ ਗਏ ਹੋ। ਪਰਮੇਸ਼ਰ ਦਾ ਤੁਹਾਡੇ ਵਿੱਚ ਕੰਮ ਪਰਫੈਕਟ ਹੋ ਚੁੱਕਾ। ਪਰਮੇਸ਼ਰ ਨੇ ਜੋ ਤੁਹਾਨੂੰ ਸਿਖਾਉਣਾ ਸੀ ਸਿਖਾ ਚੁੱਕਾ ਵਾ। ਉਹ ਤੁਹਾਡੇ ਤੱਕ ਗਿਆਨ ਲਿਆ ਚੁੱਕਾ ਵਾ। ਤੁਸੀਂ ਦੇਖ ਚੁੱਕੇ ਹੋ ਦੂਜੇ ਨੂੰ ਵੱਡੇ ਕੰਮ ਕਰਦੇ ਹੋਏ। ਤੁਹਾਡੇ ਅੰਦਰ ਇਹ ਵਿਸ਼ਵਾਸ ਹੋਣਾ ਚਾਹੀਦਾ ਕਿ ਅਗਰ ਉਹ ਕਰ ਸਕਦਾ ਤਾਂ ਮੈਂ ਵੀ ਕਰ ਸਕਦਾ, ਕਿਉਂਕਿ ਮੈਂ ਇਸ ਵਾਸਤੇ ਹਾਂ ਤਾਂ ਕਿ ਮੈਂ ਕੀ ਕਰ ਪਾਵਾਂ? ਵੱਡੇ ਕੰਮ ਕਰ ਪਾਵਾਂ। ਪ੍ਰੇਜ਼ ਦ ਲਾਰਡ। ਆਪਣੇ ਹੱਥਾਂ ਨੂੰ ਉਠਾਓ, ਗੈਰ ਭਾਸ਼ਾ 'ਚ ਪ੍ਰਾਰਥਨਾ ਕਰੋ, ਪਰਮੇਸ਼ਰ ਦਾ ਧੰਨਵਾਦ ਕਰੋ। ਇਹ ਸਮਾਂ ਪੈਨ ਦਸਵੰਧ ਪਾਰਟਨਰਸ਼ਿਪ ਸੀਡ ਤੁਹਾਡੇ ਵਿਸ਼ੇਸ਼ ਬੀਜ
ਧੰਨਵਾਦ ਦਿੰਦੇ ਹਾਂ ਪਰਮੇਸ਼ਰ ਇਸ ਭੇਂਟ ਦਸਵੰਧ ਵਿਸ਼ੇਸ਼ ਵੀਰ ਲਿਆਉਣ ਵਾਸਤੇ ਜੋ ਇੱਥੇ ਆਨਲਾਈਨ ਲੋਕਾਂ ਨੇ ਦਿੱਤਾ, ਜਿੱਦਾਂ ਅਸੀਂ ਦਿੱਤਾ ਪ੍ਰਭੂ। ਇਹਦੀ ਵਧੀ ਹੋਈ ਫਸਲ ਤੇਜ਼ੀ ਨਾਲ ਗ੍ਰਹਿਣ ਕਰਦੇ ਹਾਂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਆ ਪ੍ਰਭੂ ਤੁਹਾਡੇ ਵਚਨਾਂ ਦੇ ਅਨੁਸਾਰ ਇਹਦੀ 100 ਗੁਣਾ ਫਸਲ ਸਾਡੇ ਕੋਲ ਆ ਰਹੀ ਹੈ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਹਾਂ ਪ੍ਰਭੂ, ਇਹਨਾਂ ਬੇਟਾ ਦੇ ਆਸ਼ੀਸ਼ਾਂ ਦਾ ਆਹਵਾਨ ਕਰਦੇ ਹਾਂ, ਆਸ਼ੀਸ਼ਾਂ ਦਾ ਆਹਵਾਨ ਕਰਦੇ ਹਾਂ, ਬੜੋਤਰੀ ਦਾ ਨਿਯਮ ਬੋਲ ਰਹੇ ਹਾਂ ਤੁਹਾਡੇ ਰਾਜ ਔਰ ਸੁਸਮਾਚਾਰ ਦੇ ਵਿਸਥਾਰ ਵਾਸਤੇ ਧੰਨਵਾਦ ਦਿੰਦੇ ਹਾਂ। ਧੰਨਵਾਦ ਧੰਨਵਾਦ ਧੰਨਵਾਦ। ਔਰ ਇਸ ਪ੍ਰਾਰਥਨਾ ਨੂੰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ। ਆਮੇਨ। ਪ੍ਰੇਜ਼ ਦ ਲਾਰਡ। ਚਲਾ ਸਕਦੇ ਹੋ ਮਹਿਮਾ। ਅਗਰ ਤੁਸੀਂ ਕਦੇ ਵੀ ਉਦਾਰ ਗ੍ਰਹਿਣ ਨਹੀਂ ਕੀਤਾ, ਕਦੀ ਵੀ ਤੁਸੀਂ ਅਗਰ ਮਸੀਹ ਨੂੰ ਆਪਣੇ ਦਿਲ ਵਿੱਚ ਵਾਸ ਨਹੀਂ ਕਰਵਾਇਆ, ਅਗਰ ਤੁਸੀਂ ਕਦੀ ਵੀ ਮਸੀਹ ਦੇ ਜੀਵਨ ਦਾ ਅਨੁਭਵ ਨਹੀਂ ਕੀਤਾ ਜਿਹਦੇ ਬਾਰੇ ਮੈਂ ਗੱਲ ਕਰ ਰਿਹਾ, ਇਹ ਤੁਹਾਡਾ ਸਮਾਂ। ਇਹਨਾਂ ਸ਼ਬਦਾਂ ਨੂੰ ਬੋਲੋ, ਕਹੋ ਹੇ ਪ੍ਰਭੂ ਪਰਮੇਸ਼ਵਰ, ਮੈਂ ਵਿਸ਼ਵਾਸ ਕਰਦਾ ਯੀਸ਼ੂ ਮਸੀਹ ਤੇ, ਪਰਮੇਸ਼ਰ ਦੇ ਪੁੱਤਰ ਵਿੱਚ। ਮੈਂ ਵਿਸ਼ਵਾਸ ਕਰਦਾ ਉਹ ਮਰਿਆ ਮੈਨੂੰ ਬਚਾਉਣ ਵਾਸਤੇ। ਮੈਂ ਵਿਸ਼ਵਾਸ ਕਰਦਾ ਪਰਮੇਸ਼ਰ ਨੇ ਉਹਨੂੰ ਮਰਿਆ ਹਾਂ ਵਿੱਚੋਂ ਜਲਾਇਆ ਔਰ ਅੱਜ ਜੀਵਿਤ ਹੈ। ਮੈਂ ਆਪਣੇ ਮੂੰਹ ਤੋਂ ਅੰਗੀਕਾਰ ਕਰਦਾ ਯੀਸ਼ੂ ਮਸੀਹ ਮੇਰੇ ਜੀਵਨ ਦੇ ਪ੍ਰਭੂ ਹੈ ਅੱਜ ਤੋਂ, ਔਰ ਉਹਦੇ ਵਿੱਚ ਮੇਰੇ ਵਿਸ਼ਵਾਸ ਦੇ ਦੁਆਰਾ ਮੈਂ ਗ੍ਰਹਿਣ ਕਰਦਾ ਅਨੰਤ ਜੀਵਨ ਮੇਰੇ ਦਿਲ ਵਿੱਚ, ਮੇਰੀ ਆਤਮਾ ਵਿੱਚ। ਧੰਨਵਾਦ ਪ੍ਰਭੂ ਮੇਰੀ ਆਤਮਾ ਨੂੰ ਬਚਾਉਣ ਵਾਸਤੇ। ਹੁਣ ਮੇਰੇ ਕੋਲ ਅਨੰਤ ਜੀਵਨ ਹੈ। ਹੁਣ ਮੈਂ ਪਰਮੇਸ਼ਰ ਦੀ ਸੰਤਾਨ ਹੈ। ਮੈਂ ਨਵਾਂ ਜਨਮ ਲਿਆ। ਧੰਨਵਾਦ ਪ੍ਰਭੂ। ਅਗਰ ਤੁਸੀਂ ਹੁਣੇ ਇਸ ਪ੍ਰਾਰਥਨਾ ਨੂੰ ਕਿਹਾ ਪਾਸਟਰ ਕ੍ਰਿਸ ਦੇ ਨਾਲ, ਵਧਾਈ ਹੋਵੇ। ਪਰਮੇਸ਼ਰ ਦੇ ਪਰਿਵਾਰ ਵਿੱਚ ਤੁਹਾਡਾ ਸਵਾਗਤ ਹੈ। ਖੜੇ ਹੋ ਸਕਦੇ ਹੋ। ਪਰਮੇਸ਼ਰ ਦਾ ਧੰਨਵਾਦ ਕਰਾਂਗੇ। ਪਰਮ ਪਿਤਾ ਦਾ ਪ੍ਰੇਮ, ਯੀਸ਼ੂ ਮਸੀਹ ਦਾ ਅਨੁਗ੍ਰਹਿ ਔਰ ਪਵਿੱਤਰ ਆਤਮਾ ਦੀ ਸਹਿਭਾਗਿਤਾ ਸਾਡੇ ਨਾਲ ਹਮੇਸ਼ਾ ਨਾਲ ਬਣੀ ਰਹੇਗੀ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਆਮੇਨ। ਨਿਸ਼ਚੈ ਹੀ ਭਲਾਈ ਔਰ ਕਰੁਣਾ ਸਦਾ ਮੇਰੇ ਜੀਵਨ ਵਿੱਚ ਵਾਸ ਕਰੇਗੀ ਔਰ ਮੈਂ ਹਮੇਸ਼ਾ ਵਾਸਤੇ ਪਰਮੇਸ਼ਰ ਦੇ ਰਾਜ ਵਿੱਚ ਨਿਵਾਸ ਕਰਦਾ ਰਹੂੰਗਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਆਮੇਨ। ਆਨੰਦ ਮਨਾਓ, ਵਚਨ ਕੰਮ ਕਰਦਾ। ਥੈਂਕ ਯੂ। ਗॉड ब्लेस यू। और मैंने आपसे कहा था कि हमारा विशेष रीच आउट वर्ल्ड डे होगा। ये सुनिश्चित करो कि आप उसकी योजना बना रहे हैं। ये कुछ महीनों के बाद है, परंतु इतनी विशाल चीज की प्लानिंग करने के लिए लंबा समय लगता है। हम वास्तविकता संग्रह को लेकर जा रहे हैं पूरे विश्व में। वास्तविकता संग्रह को हर जगह, हर देश में, हर शहर में, हर गांव में, सारी बस्तियों में, ट्रेन्स में, बसेस में, स्कूलों में, हाईवेज पे और बाड़ों में हम परमेश्वर के वचन को हर एक के लिए उपलब्ध करना चाहते हैं। और हम इन्हें दे रहे हैं उनकी भाषा में, वो भाषा जो वो अच्छे से समझते हैं। तो उसकी योजना बनाइए और उसका एक भाग बनिए। इसे समझिए, हम अरबों कॉपीज की बात कर रहे हैं पूरे विश्व में। तो बड़ी योजना बनाइए जितनी आप बना सकते हैं। यही मैं आपसे कहूंगा, इतना बड़ा करिए जितना आप बड़ा कर सकते हैं। कितनी कॉपीज आप स्पॉन्सर कर सकते हैं, कितनी कॉपीज ये आपके ऊपर है। आप चुनिए कितनी कॉपीज आप स्पॉन्सर करने वाले हैं। और ये सुनिश्चित है कि हम पूरे विश्व में अरबों कॉपीज ले जा रहे हैं। हम 10 अरब से ज्यादा कॉपीज को देख रहे हैं। हमारे पास बच्चों के लिए है, हमारे पास टीनेजर्स के लिए है, हमारे पास वयस्कों के लिए है और हमारे पास ब्रेल वर्जन्स में भी है। ये बहुत ही विशाल होने वाला है। इसमें से आधी कॉपीज हम प्रिंट करने वाले हैं और आधी कॉपीज डिजिटल फॉर्मेट्स में होगी। पर आप जानते हैं कि डिजिटल फॉर्मेट्स हमेशा इससे ज्यादा हो सकते हैं, तो वो ज्यादा मुश्किल नहीं है। पर वो प्रिंट कॉपी है जिसमें ज्यादा समय लगता है। यही कारण है कि हम अभी शुरुआत कर रहे हैं। सुनिश्चित करो कि आप प्रिंट कॉपी में निवेश कर रहे हैं। ये बहुत जरूरी है सुसमाचार प्रचार के लिए, बहुत जरूरी। तो चलिए इसे करते हैं, चलिए इसे करते हैं परमेश्वर के लिए। तो वो 4 महत्वपूर्ण एक्शंस है जो आप आज और हर रोज करते हैं
उस महान और महिमामय दिन तक। पहला है, हर रोज प्रार्थना करिए। जुड़िए हमारे साथ 1 बिलियन मिनट्स प्रेयर मार्च में, और यहाँ पर जुड़ने के लिए आप जा सकते हैं 1billionminutes. और हर रोज 15 मिनट प्रार्थना करिए। अपने हर मिनट को विश्व के देशों के लिए और आत्माओं के लिए जोड़ दीजिए। दूसरा, वास्तविकता संग्रह कॉपीज को सारी भाषाओं में और सारी कैटेगरीज में आप स्पॉन्सर करिए भाषा को, स्ट्रीट डिस्ट्रीब्यूशन को और रीच आउट वर्ल्ड डे को। तीसरा है, जुड़ जाओ। रीच आउट वर्ल्ड डे की महान वर्कफोर्स का एक सक्रिय भाग बन जाइए। वास्तविकता संग्रह को डिस्ट्रीब्यूट करने के लिए एक मिशनरी बन जाइए और बहुत सारी सेवाओं में आज ही जुड़ जाइए। चौथा है, जोड़ो। जैसे आप जुड़े हैं, आप अपने मित्रों को, परिवारों को, सहकर्मियों को, संस्थानों को हमारे साथ पार्टनर बनने के लिए जोड़ देते हैं, ताकि हम वास्तविकता को पूरे विश्व में ले जाए। ये है वास्तविकता संग्रह को पृथ्वी के छोर तक ले जाना। रीच आउट वर्ल्ड की और अधिक जानकारी के लिए आप हमें नीचे दिए गए नंबरों पे कॉल कर सकते हैं या विजिट करें www.reachoutworld.org।